ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ, ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਵੱਡੀਆਂ ਖਬਰਾਂ ਉੱਤੇ, ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ। ਖਜ਼ਾਨਾ ਭਰਨ ਦੀਆਂ ਤਿਆਰੀਆਂ ਦੇ ਵਿਚਾਲੇ ਪਹਿਲਾਂ ਤਾਂ ਇੱਕ ਪੈਨਸ਼ਨ ਦੀ ਗੱਲ ਹੋਈ, ਬੜਾ ਰੌਲਾ ਪਾਇਆ ਸਾਬਕਾ ਵਿਧਾਇਕਾਂ ਨੇ ਕਿ ਇਦਾਂ ਨਹੀਂ ਹੋਣਾ ਚਾਹੀਦਾ। ਹੁਣ ਗੱਲ ਅੱਗੇ ਤੁਰ ਗਈ ਆ ਕਿ ਹੋਰ ਕਿੱਥੇ ਕਿੱਥੇ ਨਜਾਇਜ਼ ਖਰਚੇ ਲਾ ਲਓ ਕਿ ਕਹਿੰਦੇ ਹੁਣ ਜਿਹੜਾ ਇਨਕਮ ਟੈਕਸ ਜਿਹੜਾ ਸਰਕਾਰ ਆਪ ਭਰਦੀ ਸੀ ਇਹਨਾਂ ਐਮਐਲਏਸ ਦਾ, ਉਹਦੇ ਉੱਤੇ ਵੀ ਹੁਣ ਰੋਕ ਲਾਈ ਜਾਊਗੀ ਕਿ ਆਪਣਾ ਆਪੇ ਭਰਨ। ਤੇ ਪਿਛਲੀਆਂ ਸਰਕਾਰਾਂ ਨੇ ਤਾਂ ਕਹਿੰਦੇ ਰੱਜ ਕੇ ਖਜ਼ਾਨਾ ਲੁੱਟਿਆ। ਤੇ ਇਹ ਤੋਂ ਇਲਾਵਾ ਜੇ ਅਸੀਂ ਦੇਖੀਏ ਕਿ ਹੋਰ ਕਿਹੜੇ ਕਿਹੜੇ ਖਰਚੇ ਜਿਹੜੇ ਵਿਧਾਇਕਾਂ ਦੇ ਨਾਲ ਜੁੜਦੇ ਨੇ, ਵੀਆਈਪੀ ਸਿਕਿਉਰਿਟੀ ਜਿਹੜੀ ਇਹਨਾਂ ਦੇ ਨਾਲ ਹੁੰਦੀ ਹੈ, ਇਹ ਵੀ ਕਹਿੰਦੇ ਸੀ ਕਿ ਵੀਆਈਪੀ ਕਲਚਰ ਅਸੀਂ ਖਤਮ ਕਰਾਂਗੇ, ਉਹ ਸਿਕਿਉਰਿਟੀ ਨੂੰ ਘੱਟ ਕਰਨਾ। ਹਾਲਾਂਕਿ ਪਿੱਛੇ ਜੇ ਕਾਟ ਲੱਗੀ ਆ, ਪਰ ਫਿਰ ਵੀ ਹੋਰ ਬਹੁਤ ਇਹੋ ਜਿਹੇ ਖਰਚੇ ਨੇ ਜਿਹੜੇ ਸਾਬਕਾ ਵਿਧਾਇਕ ਜਾਂ ਸਾਬਕਾ ਮੰਤਰੀ ਜਾਂ ਸਾਬਕਾ ਲੋਕ ਸਭਾ ਮੈਂਬਰ, ਰਾਜ ਸਭਾ ਮੈਂਬਰ, ਜਿੰਨੇ ਸਿਆਸੀ ਲੀਡਰ ਨੇ ਉਹ ਛਕਦੇ ਚਕਾਉਂਦੇ ਨੇ। ਦੇਖੋ, ਜੇ ਤੇ ਤੁਸੀਂ ਸੇਵਾ ਕਰਨੀ ਆ ਤਾਂ ਫਿਰ ਤੁਹਾਨੂੰ ਸਾਂਝ ਕੋ ਆਂਚ ਕਿਆ ਹੈ ਨਾ, ਇਹ ਗੱਲ ਹਿੰਦੀ ਚ ਕਹਿੰਦੇ ਆ। ਜੇ ਤੁਸੀਂ ਸੇਵਾ ਕਰਨੀ ਆ ਤੇ ਕੋਈ ਸੇਵਾਦਾਰਾਂ ਨੂੰ ਤੇ ਗੋਲੀਆਂ ਨਹੀਂ ਮਾਰਦਾ, ਨਾ ਉਹਨਾਂ ਨੂੰ ਖਤਰਾ, ਉਹਨਾਂ ਤੇ ਦੇਣਾ ਕੁਛ। ਸਾਡੇ ਲੀਡਰਾਂ ਨੇ ਜੇ ਸੱਚੀ ਮੁੱਚੀ ਸੇਵਾ ਕਰਨੀ ਆ, ਲੁੱਟ ਨਹੀਂ ਕਰਨੀ, ਰੇਤਾ ਬਜਰੀ ਨਹੀਂ ਲੁੱਟਣੀ, ਹੇਰਾ ਫੇਰੀ ਨਹੀਂ ਕਰਨੀ, ਝੂਠ ਨਹੀਂ ਬੋਲਣਾ, ਫਿਰ ਇਹਨਾਂ ਨੂੰ ਕਿਹੜੀ ਚੀਜ਼ ਤੋਂ ਡਰ ਹੈ? ਪੁਲਿਸ ਕਿਵੇਂ ਬਚਾਊਗੀ? ਪੁਲਿਸ ਦੀ ਕੀ ਲੋੜ ਹੈਗੀ ਆ? ਕੋਈ ਲੋੜ ਨਹੀਂ ਹੈ। ਸਾਧੂ ਬਾਬੇ ਗੁਰੂ ਨਾਨਕ ਦੇਵ ਜੀ ਨਾਲ ਸਿਕਿਉਰਿਟੀ ਲੈ ਕੇ ਚੱਲਦੇ ਸੀ। ਜਾਣੀ ਉਹਨਾਂ ਨੇ ਕੋਈ ਘੱਟ ਕਿਸੇ ਕਿਸਮ ਦੇ ਉਦੋਂ ਦੇ ਆਪਣੇ ਸਮਾਜ ਦੇ ਵਿੱਚ ਕੋਈ ਘੱਟ ਬਾਗੀ ਗੱਲਾਂ ਨਹੀਂ ਕੀਤੀਆਂ। ਜਾ ਕੇ ਜਿੱਥੇ ਮੱਠ ਸੀਗੇ ਉੱਥੇ ਜੋ ਪਖੰਡਵਾਦ ਸੀ ਉਸਨੂੰ ਇੱਕ ਆਪਣੀ ਤਰਕਸ਼ੀਲਤਾ ਦੇ ਨਾਲ ਦੱਸਿਆ ਕਿ ਇਹ ਜਿਹੜਾ ਸੰਸਾਰ ਦੇ ਵਿੱਚ ਤੁਸੀਂ ਇਹੋ ਜਿਹੀ ਮਿੱਥਿਆ ਫੈਲਾ ਕੇ ਲੋਕਾਂ ਦਾ ਬੇਵਕੂਫ ਬਣਾ ਕੇ ਲੁੱਟ ਖਸੁੱਟ ਕੀਤੀ ਹੋਈ ਹੈ। ਹਰ ਇਨਸਾਨ ਰੱਬ ਦੀ ਘੜਤ ਆ, ਹਰ ਜੀਵ ਜੰਤੂ, ਇਹ ਸਾਰੀ ਧਰਤੀ ਰੱਬ ਦੀ ਘੜਤ ਆ। ਇਸ ਹਰ ਚੀਜ਼ ਵਿੱਚ ਰੱਬ ਨੂੰ ਦੇਖੋ, ਇਹੀ ਸਾਨੂੰ ਸਿੱਖਿਆ ਦੇ ਕੇ ਗਏ ਆ। ਤੇ ਤੁਸੀਂ ਇਨਸਾਨਾਂ ਨੂੰ ਤਾਂ ਡੰਡੇ ਮਾਰੋ, ਤੇ ਜਿਹੜਾ ਪੱਥਰ ਬਣਾ ਕੇ ਕਿਤੇ ਰੱਖ ਦਿੱਤਾ ਮਾੜਾ ਜਿਹਾ ਰੰਗ ਲਾ ਕੇ, ਉਹ ਮੰਦਰ ਬਣ ਗਿਆ, ਉਹ ਰੱਬ ਬਣ ਗਿਆ। ਹੱਦ ਹੋ ਗਈ। ਪੱਥਰ ਰੱਬ ਬਣ ਗਿਆ ਤੇ ਬੰਦਾ ਜਿਹੜਾ ਉਹ ਪੱਥਰ ਬਣਾਤਾ। ਉਹਦੀ ਕੋਈ ਸੇਵਾ ਨਹੀਂ, ਉਹਨੂੰ ਭੁੱਖਾ ਮਾਰੋ। ਇਹ ਜਿਹੜੀਆਂ ਗੱਲਾਂ ਉਹ ਕਿਤੇ ਜਦੋਂ ਚੱਲਦੇ ਸੀ, ਇਹੋ ਜਿਹੀਆਂ ਵੱਡੀਆਂ ਵੱਡੀਆਂ ਚੁਣੌਤੀਆਂ ਜਿਹੜੀਆਂ ਸਾਡੇ ਵੀ ਸਾਰਿਆਂ ਦੇ ਖੂਨ 'ਚ ਸੱਭਿਆਚਾਰਕ ਢੰਗ ਦੇ ਨਾਲ ਹੌਲੀ ਹੌਲੀ ਸਾਡਾ ਜੀਵਨ ਦਾ, ਸੋਚ ਦਾ, ਰੋਜ਼ਮਰਾ ਜੀਵਨ ਦਾ ਹਿੱਸਾ ਬਣ ਜਾਂਦਾ ਆ, ਉਹ ਕਿਤੇ ਘੱਟ ਬਾਗੀ ਸੁਰਾਂ ਸੀਗੀਆਂ। ਪਰ ਕਿਹੜੀ ਸਿਕਿਉਰਿਟੀ ਨਾਲ ਲੈ ਕੇ ਚੱਲੇ ਸੀਗੇ? ਮਰਦਾਨਾ ਜੀ, ਵਜਾ ਮਰਦਾਨਿਆਂ ਰਬਾਬ। ਅੱਜ ਫਿਰ ਇਸ ਤਰ੍ਹਾਂ ਆਪਾਂ ਥੋੜਾ ਰੱਬ ਦੇ ਨਾਲ ਬਿਰਤੀ ਜੋੜੀਏ, ਕਾਇਨਾਤ ਦਾ ਸ਼ੁਕਰ ਅਦਾ ਕਰੀਏ, ਜਿਹਨੇ ਸਾਨੂੰ ਇਹੋ ਜਿਹਾ ਸੋਹਣਾ ਸੁੰਦਰ ਆਟੋਮੈਟਿਕ ਮਸ਼ੀਨ ਵਰਗਾ ਸਰੀਰ ਦਿੱਤਾ, ਜਿਹੜਾ ਆਪ ਹੀ ਆਪਣੇ ਆਪ ਨੂੰ ਠੀਕ ਕਰਦਾ। 100 ਸਾਲ ਤੱਕ ਮਸ਼ੀਨ ਚੱਲਦੀ ਆ, 100 ਤੋਂ ਵੀ ਉੱਪਰ ਚੱਲ ਸਕਦੀ ਹੈ ਜੇ ਅਸੀਂ ਧੱਕਾ ਨਾ ਕਰੀਏ। ਇਹ ਗੱਲਾਂ ਮੈਂ ਕਿਉਂ ਕਰ ਰਿਹਾ? ਮੈਂ ਕੋਈ ਪ੍ਰੀਚਰ ਨਹੀਂ, ਮੈਂ ਕੋਈ ਕਥਾਵਾਚਕ ਨਹੀਂ ਹੈਗਾ। ਅਸੀਂ ਕਿੱਥੇ ਕਿੰਨਾ ਦੂਰ ਚਲੇ ਗਏ ਉਹਨਾਂ ਖਿਆਲਾਂ ਤੋਂ ਕਿੰਨਾ ਦੂਰ ਚਲੇ ਗਏ ਅਸੀਂ, ਉਸ ਵਿਚਾਰਾਂ ਤੋਂ ਕਿੰਨਾ ਦੂਰ ਚਲੇ ਗਏ, ਜੋ ਸਾਡਾ ਵਿਰਸਾ ਸੀ ਅਸੀਂ ਉਹਦੇ ਤੋਂ ਕਿੰਨਾ ਦੂਰ ਚਲੇ ਗਏ। ਆ ਇੱਕ ਹੋਰ ਹੀ ਡੈਮੋਕ੍ਰੇਸੀ ਦੇ ਪਰਚੀਆਂ ਪਾਉਣ ਦੇ ਨਾਂ ਦੇ ਉੱਤੇ ਹੋਰ ਹੀ ਕੀ ਕੁਝ ਕਰਕੇ ਬੈਠ ਕੇ ਪਰਚੀਆਂ ਪੈਂਦੀਆਂ, ਲੀਡਰ ਬਣ ਜਾਂਦੇ ਆ, ਗਵਰਨਰ ਸਹੁੰ ਚੁਕਾਉਂਦਾ, ਉੱਥੇ ਮੈਂ ਸੰਵਿਧਾਨ ਮੁਤਾਬਿਕ ਚੱਲੂਗਾ, ਉੱਥੇ ਵਿੱਚੇ ਦੰਦੀਆਂ ਕੱਢ ਕੇ ਹੱਸੀ ਜਾਂਦੇ ਆ, ਲੈ ਚੱਲਾਂਗੇ ਸੰਵਿਧਾਨ ਦੇ, ਅਸੀਂ ਸੰਵਿਧਾਨ ਦੇ ਜੇ ਚੀਥੜੇ ਨਾ ਡਾਤੇ ਤੇ। ਫਿਰ ਜਦੋਂ ਇੰਨੇ ਪੁੱਠੇ ਕੰਮ ਕਰਨੇ ਆ ਪਹਿਲੇ ਦਿਨ ਤੋਂ ਹੀ, ਔਰ ਜਾਣਾ ਹੀ ਸੱਤਾ ਦੇ ਵਿੱਚ ਪੁੱਠੇ ਕੰਮ ਕਰਨ ਲਈ ਹੈ, ਫਿਰ ਤੁਹਾਨੂੰ ਪੁਲਿਸ ਵੀ ਲੋੜ ਆ, ਫੌਜ ਦੀ ਵੀ ਲੋੜ ਆ, ਪੁੱਠੇ ਸਿੱਧੇ ਕੰਮ ਕਰਨੇ, ਫਿਰਕਿਆਂ ਨੂੰ ਆਪਸ ਵਿੱਚ ਲੜਾਉਣ ਦੀ ਵੀ ਲੋੜ ਆ, ਲੋਕਾਂ ਦਾ ਖੂਨ ਡਲਾਉਣ ਦੀ ਵੀ ਲੋੜ ਆ, ਜਾਤਾਂ ਦਾ ਵੀ ਆਪਸ ਵਿੱਚ ਅਲੱਗ-ਅਲੱਗ ਕਰਕੇ ਰੱਖਣ ਦੀ ਵੀ ਲੋੜ। ਫਿਰ ਤੇ ਤੁਸੀਂ ਉਲਟ ਪਾਸੇ ਚੱਲੇ ਹੋਏ ਆ। ਇਸ ਲਈ ਜਿਹੜਾ ਤੁਹਾਡਾ ਸਵਾਲ ਆ, ਕੋਈ ਖਰਚੇ ਦੀ ਕਿਸੇ ਵੀ ਲੀਡਰ ਤੇ ਲੋੜ ਨਹੀਂ ਪੈਂਦੀ। ਹਾਂ, ਇੱਕ ਗੱਲ ਜ਼ਰੂਰ ਹੈਗੀ ਆ ਕਿ ਉਹਨਾਂ ਨੂੰ ਜਿਨ੍ਹਾਂ ਨੇ ਕੰਮ ਕਰਨਾ ਉਹਨਾਂ ਨੂੰ ਗੱਡੀ ਇੱਕ ਦੇ ਦਿਓ। ਅੱਜ ਕੱਲ੍ਹ ਗੱਡੀ ਦੀ ਲੋੜ ਪੈਂਦੀ ਆ, ਇੱਕ ਡਰਾਈਵਰ ਦੇ ਦਿਓ। ਉਹਨਾਂ ਨੂੰ ਕਹੋ ਵੀ
ਦੱਸੀ ਚੱਲੋ ਕਿੱਥੇ ਕਿੱਥੇ ਤੁਸੀਂ ਕੀ ਕੰਮ ਕਰਦੇ ਆ, ਸਰਕਾਰ ਨੂੰ ਦੱਸੀ ਚੱਲੋ, ਰੋਜ਼ਮਰਾ ਦਾ ਆਪਣਾ ਐਂਟਰੀ ਮਾਰੋ। ਬਾਕੀ ਕੋਈ ਪੁਲਿਸ ਦੀ ਲੋੜ ਨਹੀਂ, ਕੋਈ ਤੁਹਾਨੂੰ ਕੁਝ ਕਹੂਗਾ ਨਹੀਂ, ਪੁੱਠੇ ਕੰਮ ਕਰਿਓ ਨਾ, ਜੇ ਕੀਤੇ ਤੇ ਅਸੀਂ ਤੁਹਾਨੂੰ ਬਖਸ਼ਾਂਗੇ ਨਹੀਂ, ਬਸ ਇੰਨੀ ਗੱਲ ਹੀ ਆ। ਬਾਕੀ ਜਿਹੜਾ ਇੱਕ ਆਪਣੇ ਆਪ ਹੀ ਉਹ ਜਿਹੜਾ ਪੁਰਾਣੀ ਕਹਾਵਤ ਹੈ, ਅੰਨਾ ਵੰਡੇ ਰੇੜੀਆਂ ਮੁੜ ਮੁੜ ਆਪਣਿਆਂ ਨੂੰ, ਚੰਗੀਆਂ ਗੱਲਾਂ ਤਾਂ ਨਹੀਂ ਹੈ, ਬਹੁਤ ਸਾਰੀਆਂ ਪੁਰਾਣੀਆਂ ਕਹਾਵਤਾਂ ਵੀ ਹੁਣ ਬਦਲਣ ਦੀ ਲੋੜ ਆ, ਸ਼ਬਦਾਵਲੀ ਵੀ ਬਦਲਣ ਦੀ ਲੋੜ ਆ, ਪਰ ਚਲੋ ਆਪਣੀ ਸਮਝ ਲਈ ਮੈਂ ਕਹਿਣਾ ਕਿ ਇਹ ਦੁਨੀਆ ਤੋਂ ਇੰਨੇ ਅੱਖਾਂ ਨੂੰ ਮੁੰਦ ਕੇ ਬਹਿ ਜਾਂਦੇ ਸਾਡੇ ਲੀਡਰ ਵੀ ਇਹਨਾਂ ਨੂੰ ਗੁਆਂਢ ਦੇ ਵਿੱਚ ਜਾਂ ਈਵਨ ਅਸੈਂਬਲੀ ਦੇ ਬਾਹਰ ਭੁੱਖੇ ਮਰਦੇ ਲੋਕ ਨਹੀਂ ਦਿਖਦੇ। ਸਾਡੀ ਤਨਖਾਹ ਦੁੱਗਣੀ ਕਰ ਦਿਓ, ਸਾਡੀ ਤਿੱਗਣੀ ਕਰ ਦਿਓ। ਕੇਜਰੀਵਾਲ ਨੇ ਵੀ ਹੁਣ ਦਿੱਲੀ 'ਚ ਵਧਾਈ ਆ ਤਨਖਾਹ, ਐਮਐਲਏ ਦੀ ਕਾਫੀ ਵਧਾਈ ਹੈ, 60% ਕਿ ਕਿੰਨੀ ਵਧੀ ਹੈ ਕਿ ਅਸੀਂ ਭੁੱਖੇ ਮਰਦੇ ਆ, ਸਾਨੂੰ ਬਚਾ ਲਓ ਪਹਿਲਾਂ, ਤੇ ਫਿਰ ਦਿਓ ਪੈਨਸ਼ਨਾਂ, ਫਿਰ ਦਿਓ ਨਾਲ ਸਿਕਿਉਰਿਟੀ, ਫਿਰ ਦਿਓ ਗੱਡੀਆਂ, ਫਿਰ ਦਿਓ ਬੰਗਲੇ, ਫਿਰ ਦਿਓ ਕੋਠੀਆਂ, ਫਿਰ ਸਾਡੇ ਜੇ ਕੋਈ ਸਾਡੀ ਆਮਦਨ ਹੋ ਗਈ ਆ ਤੇ ਉਹਦਾ ਟੈਕਸ ਵੀ ਸਰਕਾਰ ਦਿਓ। ਫਿਰ ਤਾਂਹੀਏ ਕਹਿੰਦੇ ਕਿ ਇਹ ਲੀਡਰ ਨਹੀਂ ਹੈ, ਸਰਕਾਰ ਦੇ ਜਵਾਈ ਆ, ਤਾਂਹੀਏ ਕਹਿੰਦੇ ਲੋਕ। ਇਸੇ ਕਰਕੇ ਜਾਨੀ ਸਾਰੇ ਪੂਛ ਤੜਾਉਂਦੇ ਆ ਵੀ ਸਾਨੂੰ ਛੇਤੀ ਸਰਕਾਰ 'ਚ ਭਰਤੀ ਹੋ ਲੈਣ ਦਿਓ, ਭਾਵੇਂ ਪਿੰਡ ਦੇ ਸਰਪੰਚ ਦੇ ਲੈਵਲ ਤੇ ਹੋਵੇ ਤੇ ਭਾਵੇਂ ਚੀਫ ਮਿਨਿਸਟਰ ਤੇ ਭਾਵੇਂ ਮਿਨਿਸਟਰ ਤੇ ਭਾਵੇਂ ਐਮਐਲਏ, ਕਿਤੇ ਵੀ ਲੈਵਲ ਤੇ ਹੋ ਜਾਏ, ਸੱਤਾ 'ਚ ਆਉਣ ਦਿਓ, ਫਿਰ ਮੇਰੀ ਚਾਲ ਦੇਖ ਲਈ ਕਹਿੰਦੇ। ਇਹ ਕੰਮ ਨਾ ਕਰੀਏ। ਲੋਕ ਜਾਗਰੂਕ ਹੋ ਗਏ ਆ, ਲੋਕਾਂ ਨੇ ਪੰਜਾਬ ਦਿਆਂ ਨੇ ਜਿੰਨਾ ਜੋ ਪਿੱਛੇ ਜ਼ੋਰ ਦਿਖਾਏ ਆਪਣੇ ਏਕੇ ਨਾਲ, ਆਪਣੀ ਸੋਚ ਦੇ ਨਾਲ ਔਰ ਆਪਣੀ ਇਮਾਨਦਾਰੀ ਨਾਲ ਤੇ ਮਿਹਨਤ ਦੇ ਨਾਲ, ਉਹ ਸਾਰੇ ਬੰਦੇ ਲੀਡਰ ਕੰਨ ਖੋਲ ਕੇ ਤੇ ਅੱਖਾਂ ਖੋਲ ਕੇ ਦੇਖ ਲੈਣ, ਕੰਨ ਖੋਲ ਕੇ ਸੁਣ ਲੈਣ, ਜੋ ਹਵਾ 'ਚ ਚੱਲ ਰਿਹਾ ਉਹਨੂੰ ਭਾਂਪ ਲੈਣ, ਸੁਧਰ ਜਾਣ, ਆਪ ਹੀ ਜਲਦੀ ਜਲਦੀ ਸੁਧਰ ਜਾਣ। ਨਹੀਂ ਤੇ ਲੋਕਾਂ ਦੇ ਜਿੰਨੇ ਤੇਵਰ ਤਿੱਖੇ ਆ, ਗੁੱਸਾ ਆ, ਉਹ ਫਿਰ ਕੱਲੀ ਕੱਲੀ ਪਾਈ ਦਾ ਹਿਸਾਬ ਹਰ ਪਿੰਡ ਪਿੰਡ ਦੇ ਵਿੱਚ ਮੰਗਣਗੇ ਤੇ ਤੁਹਾਡੇ ਲਈ ਉੱਥੇ ਪਿੰਡ 'ਚ ਵੜਨਾ ਮੁਸ਼ਕਲ ਹੋਊਗਾ। ਅਸੀਂ ਬੜੀ ਦੇਰ ਦੀ ਇਸ ਗੱਲ ਦੀ ਤੁਹਾਨੂੰ ਤਾੜਨਾ ਵੀ ਕਹਿ ਲਓ ਤੇ ਸਲਾਹ ਵੀ ਕਹਿ ਲਓ ਸਾਡੀ ਵੱਲੋਂ ਹੰਬਲ, ਕੋਈ ਅਸੀਂ ਕਿਸੇ ਨੂੰ ਬੁਰਾ ਚੰਗਾ ਮਨਸ਼ਾ ਦੇ ਨਾਲ ਨਹੀਂ ਕਹਿ ਰਹੇ। ਲੀਡਰਾਂ ਬਗੈਰ ਸਮਾਜ ਨਹੀਂ ਚੱਲਦਾ, ਪਾਰਟੀਆਂ ਬਗੈਰ ਸਰਕਾਰਾਂ ਨਹੀਂ ਚੱਲਦੀਆਂ। ਪੰਜਾਬ ਨੂੰ ਜੇ ਬਚਾਉਣਾ ਤੇ ਪਾਰਟੀਆਂ ਨੇ ਬਚਾਉਣਾ, ਪਰ ਫਿਰ ਪਾਰਟੀਆਂ ਆਪਣਾ ਜ਼ਿੰਮੇਵਾਰੀ ਸਮਝਣ ਤੇ ਲੋਕਾਂ ਦੇ ਦੁੱਖ ਦਰਦ ਨੂੰ ਆਪਣਾ ਦੁੱਖ ਦਰਦ ਸਮਝ ਕੇ ਚੱਲਣ। ਫਿਰ ਖਰਚੇ ਆਪੇ ਹੀ, ਕੋਈ ਕਾਹਦਾ ਖਰਚਾ, ਫਿਰ ਕੋਈ ਖਰਚਾ ਨਹੀਂ ਹੈ। ਫਿਰ ਤੇ ਮਤਲਬ ਜੇ ਦੇਣਾ ਹੀ ਦੇਣਾ, ਜੇ ਤੇਰਾ ਹੀ ਤੇਰਾ, ਫਿਰ ਕਾਹਦਾ ਖਰਚਾ। ਫਿਰ ਜੇ ਗੱਡੀ ਹੋਊਗੀ ਤੇ ਗੱਡੀ ਤੇ ਜਾਣਗੇ, ਨਹੀਂ ਤੇ ਪੈਦਲ ਜਾਣਗੇ। ਪੈਦਲ ਵੀ ਤੇ ਗੁਰੂ ਨਾਨਕ ਦੇਵ ਜੀ ਤਾਸ਼ਕੰਦ ਤੱਕ, ਮੱਕੇ ਤੱਕ, ਸਾਰੀ ਜਗ੍ਹਾ ਗੱਡੀ ਹੋਊ ਤੇ ਗੱਡੀਆਂ ਤੇ ਜਾਣਗੇ, ਜੇ ਸਾਈਕਲ ਹੋਊ ਸਾਈਕਲ ਤੇ ਜਾਣਗੇ, ਜੇ ਕੁਛ ਵੀ ਨਾ ਹੋਊ, ਜਿਹੜੀ ਰੱਬ ਦੀ ਗੱਡੀ ਆ ਦੋ ਪਹੀਆਂ ਵਾਲੀ ਪੈਦਲ, ਜਿੰਨੇ 4 ਪਿੰਡ ਰੋਜ਼ ਕੱਢਿਆ ਕਰਨਗੇ ਕੱਢ ਲਿਆ ਕਰਨਗੇ। ਦੇਣਾ ਹੀ ਆ ਨਾ, ਲੋਕਾਂ ਨੂੰ ਵੀ ਦਿਖੂਗਾ। ਲੋਕ ਆਪ ਆਪਣੇ ਆਪਣੇ, ਕੋਈ ਸਾਈਕਲ ਤੇ ਲੈ ਜਾਊਗਾ ਇਹਨਾਂ ਨੂੰ ਚੜਾ ਕੇ, ਕੋਈ ਟਰੈਕਟਰ ਤੇ ਲੈ ਜਾਊਗਾ, ਕੋਈ ਇਹਨਾਂ ਨੂੰ ਗੱਡੇ ਤੇ ਲੈ ਜਾਊਗਾ, ਕੋਈ ਘੋੜੀ ਤੇ ਬਿਠਾ ਕੇ ਲੈ ਜਾਊਗਾ ਇਹਨਾਂ ਲੀਡਰਾਂ ਨੂੰ। ਲੋਕਾਂ ਤੇ ਭਰੋਸਾ ਕਰਕੇ ਚੱਲਣ, ਕਿਸੇ ਕਿਸਮ ਦੀ ਕਮੀ ਨਹੀਂ ਹੈ। ਲੋਕੀ ਇਹੀ ਚਾਹੁੰਦੇ ਆ ਕਿ ਇਹੋ ਜਿਹੇ ਲੀਡਰ ਸਾਡੇ ਮਿਲਣ, ਪਰ ਜੇ ਪਿੱਠ ਦਿਖਾਉਣ ਵਾਲੇ ਮਿਲਣਗੇ, ਜੇ ਲੋਕਾਂ ਤੋਂ ਅੱਖਾਂ ਬਦਲਣ ਵਾਲੇ ਦਿਖਣਗੇ, ਤੇ ਲੋਕ ਹੁਣ ਉਸ ਗੱਲ ਲਈ ਤਿਆਰ ਨਹੀਂ ਮੰਨਣ ਲਈ ਸਕਦਾ। ਜੀ ਬਿਲਕੁਲ। ਪ੍ਰੋਫੈਸਰ ਸਾਹਿਬ, ਅਗਲੀ ਗੱਲ ਜਿਹੜੀ ਹੈ, ਜਦੋਂ ਲੋਕਾਂ ਦੀ ਗੱਲ ਆਪਾਂ ਕਰਦੇ ਹਾਂ, ਲੰਬੀ ਦੇ ਵਿੱਚ ਕਿਸਾਨਾਂ ਨੇ ਮੁਆਵਜ਼ੇ ਦੇ ਲਈ ਉੱਥੇ ਧਰਨਾ ਦਿੱਤਾ, ਉੱਥੇ ਪਟਵਾਰੀਆਂ ਨੂੰ ਕਹਿੰਦੇ, ਹੋਰ ਅਫਸਰਾਂ ਨੂੰ, ਜਿਹੜੇ ਤਹਿਸੀਲਦਾਰ ਵਗੈਰਾ, ਉਹਨਾਂ ਸਾਰਿਆਂ ਨੂੰ ਅੰਦਰ ਬੰਦ ਕਰਤਾ। ਦੋਵੇਂ ਧਿਰਾਂ ਦੇ ਵਿੱਚ ਕਾਫੀ ਰੌਲਾ ਪਿਆ। ਪੁਲਿਸ ਨੂੰ ਮਾੜੀ ਮੋਟੀ ਕਹਿੰਦੇ ਡਾਂਗ ਵੀ ਚਲਾਉਣੀ ਪਈ, ਕਈ ਕਿਸਾਨ ਜ਼ਖਮੀ ਹੋ ਗਏ, ਕਈਆਂ ਤੇ ਪਰਚਾ ਹੋ ਗਿਆ। ਇਹ ਕਾਫੀ ਵਿਵਾਦ ਵੱਧ ਗਿਆ ਇਸ ਮਸਲੇ ਦੇ ਉੱਤੇ। ਮਾਨ ਸਰਕਾਰ ਹਾਲਾਂਕਿ ਕੰਮ ਤਾਂ ਕਰ ਰਹੀ ਹੈ, ਪਿੱਛੇ ਜੇ 101 ਕਰੋੜ ਰੁਪਏ ਜਾਰੀ ਕੀਤਾ ਬਹੁਤੇ ਕਿਸਾਨਾਂ ਦਾ, ਪਰ ਬਹੁਤੇ ਇਹੋ ਜਿਹੇ ਨੇ ਜਿਹੜੇ ਹੁਣ ਵੀ ਮੁਆਵਜ਼ਾ ਮੰਗਦੇ ਨੇ। ਇਲਜ਼ਾਮ ਜਿਹੜੇ ਨੇ ਉਹ ਉਗਰਾਹਾਂ ਵਾਲੀ ਜਥੇਬੰਦੀ ਤੇ ਵੀ ਲੱਗੇ ਨੇ ਕਿ ਜਥੇਬੰਦੀ ਜਿਹੜੀ ਆ ਉਹ ਕਿਹੜੇ ਕਾਨੂੰਨ ਤਹਿਤ ਕੰਮ ਕਰਦੀ ਆ। ਸੁਖਵਿੰਦਰ, ਤੁਸੀਂ ਬੜੇ ਸਿਆਣੇ ਇਸ ਗੱਲੋਂ। ਜਿਹੜੀ ਗੱਲ ਦੀ ਪਹਿਲਾਂ ਮੈਂ ਭੂਮਿਕਾ ਬਣਾ ਕੇ ਹਟਿਆ, ਉਹਦੀ ਆਧਾਰਨ ਤੁਸੀਂ ਆਪ ਹੀ ਦੇ ਦਿੱਤੀ ਹੈ ਕਿ ਸਮਾਜ ਦੇ ਅੰਦਰ ਜੋ ਹੋ ਰਿਹਾ ਜਾਂ ਪੰਜਾਬ ਦੇ ਅੰਦਰ ਜੋ ਹੋ ਰਿਹਾ, ਉਹਦੇ 'ਚ ਕਦੀ ਕਦੀ ਡਰ ਵੀ ਲੱਗਦਾ, ਕਦੀ ਕਦੀ ਸਾਨੂੰ ਕਾਫੀ ਖਤਰਿਆਂ ਵਾਲਾ ਵੀ ਲੱਗ ਰਿਹਾ। ਪਹਿਲੀ ਗੱਲ ਹੈ ਕਿ ਕਿਸਾਨਾਂ ਨੂੰ ਸ਼ਾਂਤਮਈ ਸੰਘਰਸ਼ ਦਾ ਸਾਰੀ ਦੁਨੀਆ 'ਚ ਆਪਾਂ ਸੰਦੇਸ਼ ਦਿੱਤਾ। ਪੰਜਾਬ ਵਾਲਾ ਵੀ ਬੜਾ ਸ਼ਾਂਤਮਈ ਸੰਘਰਸ਼ ਰਿਹਾ। ਫਿਰ ਕਿਸੇ ਵੀ ਪਟਵਾਰੀ ਨੂੰ ਜਾਂ ਕਾਨੂੰਗੋ ਨੂੰ ਜਾਂ ਕਿਸੇ ਨੂੰ ਤਹਿਸੀਲਦਾਰ ਨੂੰ ਫੜ ਕੇ ਆਪਣੇ ਕੋਲ ਰੱਖਣਾ ਮੈਨੂੰ ਤੇ ਨਹੀਂ ਠੀਕ ਲੱਗਾ। ਉਹਨਾਂ ਦੇ ਕਾਰਨ ਕੁਝ ਵੀ ਹੋਣ, ਕੋਈ ਸਰਕਾਰੀ ਬੰਦਾ ਆ ਬਈ, ਉਹ ਇੱਕ ਕਾਰਕੁਨ ਹੈਗਾ,
ਜੇ ਆਪਾਂ ਸਾਰੇ ਹੀ ਇੰਜ ਕਰਨ ਲੱਗ ਜਾਾਂਗੇ ਕਿ ਮੈਨੂੰ ਜੀ ਫਲਾਣਾ ਨਹੀਂ ਠੀਕ ਲੱਗਦਾ, ਉਹ ਟੀਚਰ ਤੇ ਆਉਂਦਾ ਹੀ ਨਹੀਂ ਹੈਗਾ, ਸਕੂਲ ਪੜ੍ਹਾਉਣ ਹੀ ਨਹੀਂ ਆਉਂਦਾ, ਉਹਦੇ ਪਿੰਡ ਪਹੁੰਚ ਕੇ ਉਹਨੂੰ ਚੁੱਕ ਕੇ ਲਿਆ ਕੇ ਘਰ ਰੱਸੀ ਨਾਲ ਬੰਨ੍ਹ ਕੇ ਬਿਠਾ ਲਈਏ, ਇਹ ਕੋਈ ਗੱਲ ਤਾਂ ਨਹੀਂ ਬਣੀ ਨਾ। ਫਿਰ ਇਸ ਤਰ੍ਹਾਂ ਸਾਰੇ ਅਸੀਂ ਇੱਕ ਦੂਜੇ ਦਾ ਸਿਰ ਪਾੜਨ ਬੈਠ ਜਾਾਂਗੇ, ਕਿਉਂਕਿ ਹਰ ਕੋਈ ਕਹੂਗਾ ਮੈਂ ਹੀ ਸੱਚਾ ਦੂਜਾ ਝੂਠਾ, ਤੇ ਉਹਦੇ ਨਾਲ ਅਸੀਂ ਸਮਾਜ ਦੇ ਵਿੱਚ ਜਿਹੜਾ ਇੱਕ ਆਪਸੀ ਭਰੋਸਾ, ਆਪਸੀ ਵਿਸ਼ਵਾਸ, ਆਪਸੀ ਇੱਕ ਕਿਸਮ ਦਾ ਪਿਆਰ ਬਣਿਆ ਹੋਇਆ ਥੋੜਾ ਬਹੁਤ ਜਿੰਨਾ ਵੀ ਹੈ, ਉਸ ਨੂੰ ਬਹੁਤ ਠੇਸ ਪਹੁੰਚਾਵਾਂਗੇ। ਇਹਦਾ ਰਿਜ਼ਲਟ ਕੀ ਨਿਕਲਿਆ? ਪੁਲਿਸ ਨੇ ਲਾਠੀ ਚਾਰਜ ਕੀਤਾ, ਕਿਸਾਨ ਦੇ ਸੱਟਾਂ ਲੱਗੀਆਂ, ਕਹਿੰਦੇ 6-7 ਬੰਦਿਆਂ ਦੇ ਕਾਫੀ ਸੱਟਾਂ ਲੱਗੀਆਂ, ਉਹਨਾਂ ਦਾ ਕਿਸਾਨਾਂ ਦਾ ਰੋਹ ਹੋਰ ਭੜਕਿਆ। ਇਧਰੋਂ ਪਟਵਾਰੀਆਂ ਦਾ ਕਾਨੂੰਗੋਆ ਦਾ ਰੋਹ ਭਟਕਿਆ ਕਿ ਸਾਡੇ ਜਿਹੜੇ ਬੰਦਿਆਂ ਨੂੰ, ਤਹਿਸੀਲਦਾਰ ਨੂੰ ਹੀ ਫੜ ਕੇ ਬਿਠਾ ਲਿਆ ਇਹਨਾਂ ਨੇ, ਇਹ ਤੇ ਕੋਈ ਗੱਲ ਨਾ ਹੋਈ, ਕਾਨੂੰਨ ਦੀ ਕੋਈ ਪ੍ਰੋਟੈਕਸ਼ਨ ਨਾ ਹੋਈ। ਉਹਨਾਂ ਨੇ ਅੱਜ ਅਨਡੈਫੀਨੇਟ ਪੱਕੇ ਤੌਰ ਤੇ ਸਾਰੇ ਹੜਤਾਲ ਕਰ ਦਿੱਤੀ ਅਣਮਿੱਥੇ ਸਮੇਂ ਦੀ। ਇਹ ਆਪਸੀ ਕਲੈਸ਼ ਨਹੀਂ ਹੋਣੇ ਚਾਹੀਦੇ। ਜੇ ਕੋਈ ਗੱਲ ਕਿਸੇ ਵੀ ਕਿਸਮ ਦੀ ਹੈਗੀ ਹੈ, ਉਸ ਨੂੰ ਜਿਵੇਂ ਅਸੀਂ ਪਹਿਲਾਂ ਹੀ ਧਰਨਿਆਂ ਪ੍ਰਦਰਸ਼ਨਾਂ ਦੇ ਨਾਲ ਆਪਣੇ ਸਰੀਰ ਦੇ ਉੱਤੇ ਦੁੱਖ ਝੱਲ ਕੇ, ਤਕਲੀਫਾਂ ਝੱਲ ਕੇ ਲੋਕਾਂ ਨੂੰ ਨਾਲ ਜੋੜਿਆ, ਉਹੀ ਰਸਤਾ ਠੀਕ ਹੈ। ਜੇ ਆ ਦੂਜਾ ਤਰੀਕਾ ਅਸੀਂ ਫੜੋ ਫੜਾਈ ਵਾਲੇ ਚ ਪੈ ਜਾਾਂਗੇ, ਕਿਸਾਨਾਂ ਨੂੰ ਵੀ ਕਮਜ਼ੋਰ ਕਰਾਂਗੇ, ਮੁੱਦਿਆਂ ਤੋਂ ਵੀ ਦੂਰ ਹਟ ਜਾਾਂਗੇ, ਤੇ ਉੱਥੇ ਇੱਕ ਨਵਾਂ ਕੁੱਟਮਾਰ ਵਾਲਾ ਮਾਹੌਲ ਵੀ ਬਣ ਜਾਊਗਾ, ਜਿਹੜੀ ਇੱਕ ਸਾਡੇ ਪੰਜਾਬ ਲਈ ਜਾਂ ਸਾਡੇ ਵੀਰਾਂ ਲਈ, ਕਿਸਾਨਾਂ ਲਈ ਵੀ ਕੋਈ ਬਹੁਤੀ ਫਾਇਦੇ ਵਾਲੀ ਗੱਲ ਨਹੀਂ ਹੋਗੀ। ਜੀ ਅੱਛਾ, ਅਗਲੀ ਖਬਰ ਜਿਹੜੀ ਹੈ ਪ੍ਰੋਫੈਸਰ ਸਾਹਿਬ ਕਿ ਬਚਾਅ ਪੰਜਾਬ ਦਾ ਕਿਹੜੇ ਪਾਸਿਓਂ ਕੀਤਾ ਜਾਏ। ਪਹਿਲਾਂ ਤਾਂ ਖੇਤੀ ਕਾਨੂੰਨਾਂ ਪਿੱਛੇ ਪੰਜਾਬ ਪੂਰਾ ਲੱਗਿਆ ਰਿਹਾ, ਫਿਰ ਉਸ ਤੋਂ ਬਾਅਦ ਆ ਬੀਬੀਐਮਬੀ ਦਾ ਮਸਲਾ ਆ ਗਿਆ, ਕੇਂਦਰ ਦਾ ਹਮਲਾ ਹੋ ਗਿਆ ਕਹਿੰਦੇ, ਫਿਰ ਉਸ ਤੋਂ ਬਾਅਦ ਆ ਜਿਹੜਾ ਹੁਣ ਮਸਲਾ ਆਇਆ ਕਿ ਜਿਹੜਾ ਉੱਥੇ ਸਰਵਿਸ ਰੂਲ ਕੇਂਦਰ ਦਾ ਲਾਗੂ ਕਰਤਾ, ਫਿਰ ਰੌਲਾ, ਮਾੜਾ ਮੋਟਾ ਬਿਆਨ ਦੇ ਕੇ ਸਾਰੇ ਪੱਲਾ ਛਡਾਈ ਜਾਂਦੇ ਨੇ, ਤੇ ਹੁਣ ਜਿਹੜਾ ਉਹ ਪੈਟਰੋਲ ਡੀਜ਼ਲ ਦੇ ਰੇਟ ਵੱਧ ਗਏ, ਪੂਰਾ ਮੁਲਕ ਜਿਹੜਾ ਉਹ ਹਾਹਾਕਾਰ ਮੱਚੀ ਪਈ ਹੈ ਕਿ ਸਰਕਾਰ ਕੇਂਦਰ ਦੀ ਕਰ ਕੀ ਰਹੀ ਆ। ਤੇ ਜੇ ਅਸੀਂ ਪੰਜਾਬ ਦੇ ਸੰਦਰਭ 'ਚ ਜਾਂ ਸੂਬਿਆਂ ਦੇ ਸੰਦਰਭ 'ਚ ਦੇਖੀਏ, ਤੇ ਜੇ ਚੰਡੀਗੜ੍ਹ ਜਾਂਦਾ ਹੱਥੋਂ ਜਾਂ ਹੋਰ ਮਸਲੇ ਜਾਂਦੇ ਨੇ ਪੰਜਾਬ ਦੇ, ਤਾਂ ਉਹਦੇ ਲਈ ਲੀਡਰ ਜਿਹੜੇ ਨੇ ਉਹਨਾਂ ਨੂੰ ਆਪੋ ਆਪਣੀ ਕੁਰਸੀ ਬਚਾਉਣ ਦਾ ਫਿਕਰ ਹੈ। ਕੋਈ ਹੁਣ ਤੱਕ ਸੜਕ ਤੇ ਉਸ ਕਿਸਮ ਦਾ ਨਹੀਂ ਆਇਆ ਕਿ ਆ ਕੇ ਲੋਕਾਂ ਦੇ ਹੱਕ ਦੇ ਵਿੱਚ, ਪੰਜਾਬ ਦੇ ਹੱਕ ਵਿੱਚ ਡਟ ਕੇ ਖੜੇ। ਸਿੱਧੂ ਸਾਹਿਬ ਹੁਣੀ ਆਪਣੀ ਕੁਰਸੀ ਬਚਾਉਣ 'ਚ ਲੱਗੇ ਹੋਏ ਨੇ, ਉਹ ਕਹਿੰਦੇ ਮੀਟਿੰਗਾਂ ਉਹਨਾਂ ਦੀਆਂ ਗੁਪਤ ਚੱਲ ਰਹੀਆਂ। ਹਾਲਾਂਕਿ ਅਕਾਲੀ ਦਲ ਵਾਲੇ ਹੁਣ ਉੱਠੇ ਨੇ, ਹਰਸਿਮਰਤ ਬਾਦਲ ਹੋਰਾਂ ਨੇ ਲੋਕ ਸਭਾ ਦੇ ਵਿੱਚ ਆਵਾਜ਼ ਚੁੱਕੀ ਆ, ਪਰ ਫਿਰ ਵੀ ਜਿਹੜਾ ਕੰਮ ਮਤਲਬ ਕਿ ਕਰਨਾ ਚਾਹੀਦਾ ਉਹ ਨਹੀਂ ਕੀਤਾ ਜਾ ਰਿਹਾ। ਦੇਖੋ, ਤੁਰੰਤ ਤੇ ਹਰਕਤ ਵਿੱਚ ਆਉਣਾ ਚਾਹੀਦਾ। ਤੁਸੀਂ ਅਸੀਂ ਤੇ ਤੁਰੰਤ ਹਰਕਤ ਵਿੱਚ ਆਉਨੇ ਆ। ਪਾਰਟੀਆਂ ਪਤਾ ਨਹੀਂ ਥੋੜੀਆਂ ਜਿਹੀਆਂ ਨਿਸਲ ਜੀਆਂ ਹੋਈਆਂ ਲੱਗਦੀਆਂ, ਦੁੱਖ ਦੀ ਗੱਲ ਆ। ਅਕਾਲੀ ਦਲ ਬੜਾ ਡਿਸਹਾਰਟਡ ਜਿਹਾ ਮਹਿਸੂਸ ਕਰ ਰਹੇ ਆ, ਮੈਨੂੰ ਲੱਗਦਾ ਕਿ 3 ਸੀਟਾਂ ਜਿੱਤਣਾ ਹੈ ਨਾ, ਪਿਛਲੀ ਵਾਰੀ 15 ਸੀ, ਸਾਨੂੰ ਲੱਗਦਾ ਸੀ ਐਤਕੀ 25-30 ਕਰ ਜਾਣਗੇ, ਪਰ ਨਹੀਂ, ਲੋਕਾਂ ਨੂੰ ਭਰੋਸਾ ਬਣਿਆ। ਜਾਂ ਇਹਨਾਂ ਨੂੰ ਆਪਣਾ ਹੁਣ ਸੋਚਣਾ ਚਾਹੀਦਾ ਵੀ ਕਿਉਂ ਨਹੀਂ। ਪਰ ਜੇ ਇਸ ਤਰ੍ਹਾਂ ਹੀ ਹੁਣ ਭਿੱਜੀ ਬਿੱਲੀ ਵਾਂਗੂ ਕਿਤੇ ਦਿਖਣਗੇ ਨਹੀਂ, ਲੁਕੇ ਰਹਿਣਗੇ ਮੈਦਾਨ 'ਚ, ਨਹੀਂ ਦਹਾੜਨਗੇ, ਨਹੀਂ ਅਜੇ ਵੀ ਨਹੀਂ ਦਹਾੜਨਗੇ, ਤਾਂ ਫਿਰ ਰਾਜਨੀਤੀ ਦੇ ਵਿੱਚ ਤੇ ਖੜੇ ਰਹਿਣਾ ਬੜਾ ਮੁਸ਼ਕਲ ਹੋਊਗਾ। ਮੈਂ ਕਿਉਂ ਅਕਾਲੀ ਦਲ ਦਾ ਨਾਂ ਲੈਣਾ ਕਿ ਇਹੋ ਜਿਹੇ ਮਸਲੇ ਹਮੇਸ਼ਾ ਅਕਾਲੀ ਦਲ ਉਠਾਉਂਦਾ ਰਿਹਾ। ਪੰਜਾਬੀ ਸੂਬੇ ਲਈ ਵੱਡੀ ਲੜਾਈ ਅਕਾਲੀ ਦਲ ਨੇ ਦਿੱਤੀ, ਐਮਰਜੈਂਸੀ ਦੇ ਵਿਰੁੱਧ ਵੱਡੀ ਲੜਾਈ ਅਕਾਲੀ ਦਲ ਨੇ ਦਿੱਤੀ। ਫਿਰ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਪੰਜਾਬ ਦੇ ਮਸਲੇ ਸੀਗੇ ਜਿਨ੍ਹਾਂ ਦੇ ਉੱਤੇ ਅਕਾਲੀ ਦਲ ਪੰਜਾਬ ਦੇ ਪੰਜਾਬੀਅਤ ਲਈ, ਪੰਜਾਬੀ ਬੋਲੀ ਲਈ, ਪੰਜਾਬ ਦੇ ਇਲਾਕਿਆਂ ਲਈ, ਹੋਰ ਵੀ ਹਿੱਤਾਂ ਲਈ ਲੜਾਈਆਂ ਦਿੰਦੇ ਰਹੇ ਆ। ਹੁਣ ਪਤਾ ਨਹੀਂ ਕੀ ਗੱਲ ਹੋ ਗਈ ਆ, ਕੀ ਬਿੱਲੀ ਛਿੱਕ ਗਈ ਆ ਕਿ ਨਹੀਂ ਨਜ਼ਰ ਆ ਰਹੇ। ਸਾਡੇ ਇਸ ਮਾਧਿਅਮ ਰਾਹੀਂ ਅਸੀਂ ਫਿਰ ਅਪੀਲ ਕਰਦੇ ਹਾਂ ਕਿ ਸੁਖਬੀਰ ਬਾਦਲ ਹੋਣ ਜਾਂ ਸਮੁੱਚਾ ਅਕਾਲੀ ਦਲ ਹੋਏ, ਇਕੱਲੇ ਬਿਆਨਾਂ ਦੀ ਗੱਲ ਨਹੀਂ। ਲੜਾਈ ਲਈ ਕਲੈਰੀਅਨ ਕਾਲ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ, ਵੱਡਾ ਬਿਗਲ ਵਜਾਓ ਕਿ ਅਸੀਂ ਆਰ ਪਾਰ ਦੀ ਲੜਾਈ ਲੜਾਂਗੇ। ਜਿਵੇਂ ਕਿਸਾਨਾਂ ਤੋਂ ਉਤਸ਼ਾਹਤ ਹੋ ਕੇ ਕਰਨ ਕੁਛ। ਕਿਸਾਨ ਤੇ ਸਿਰਫ 3 ਕਾਲੇ ਕਾਨੂੰਨਾਂ ਦੀ ਗੱਲ ਕਰ ਰਹੇ ਸੀ। ਇਹ ਇਤਿਹਾਸ ਦੇ ਵਿੱਚ ਸਮੁੱਚੇ ਪੰਜਾਬ ਨਾਲ ਹੋਈਆਂ ਬੇਇਨਸਾਫੀਆਂ ਤੋਂ ਮੁਕਤੀ ਪਾਉਣ ਦਾ ਸੰਘਰਸ਼ ਹੈਗਾ। ਤਾਂ ਇਹਨਾਂ ਨੂੰ ਕੋਈ ਵੀ ਉਹਨਾਂ ਦੇ ਨਾਲ, ਜੇ ਕੋਈ ਚੰਗੇ ਇਹੋ ਜਿਹੇ ਪੰਜਾਬ ਪ੍ਰੇਮੀ ਕਿਸੇ ਵੀ ਪਾਰਟੀ 'ਚ ਹੈ, ਜੇ ਕੈਪਟਨ ਦੇ ਕੋਈ ਬੁੱਕਲ 'ਚ ਬੈਠਾ ਆ ਉਹ ਵੀ ਦੇਖ ਲੈਣ। ਕੈਪਟਨ ਦੇ ਬਹੁਤਾ ਪਾਕਿਸਤਾਨ ਦਾ ਫਿਕਰ ਰਹਿੰਦਾ ਉਹਨਾਂ ਨੂੰ, ਕਿਉਂਕਿ ਉਹ ਮੋਦੀ ਹੁਣ ਵੀ ਬਿਆਨ ਇਹੋ ਜਿਹੇ ਟੁੱਟੇ ਭੱਜੇ ਉਹੋ ਜਿਹੇ ਆਉਂਦੇ ਆ।
ਤੇ ਜੇ ਕੋਈ ਕਾਂਗਰਸ 'ਚ ਬੈਠੇ ਆ ਉਹ ਵੀ ਜ਼ਰੂਰ ਇਸ ਗੱਲ ਨਾਲ ਆਉਣ, ਜੇ ਕੋਈ ਆਪ 'ਚ ਬੈਠੇ ਆ ਉਹ ਵੀ ਜ਼ਰੂਰ ਆਉਣ। ਆਪ ਨੂੰ ਤੇ ਸਿੱਧੇ ਤੌਰ ਤੇ ਅੱਜ ਪੋਲੀਟੀਕਲ ਪਾਰਟੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਕਿਉਂ ਨਹੀਂ ਉਹ ਐਮਰਜੈਂਸੀ ਤੁਰੰਤ ਮੀਟਿੰਗ ਕਾਲ ਕਰਦੇ। ਉਦੋਂ ਤੇ ਪਹਿਲਾਂ ਤੇ 1 ਮਿੰਟ ਨਹੀਂ ਸੀ ਲਾਉਂਦੇ, ਹੁਣ ਪਾਰਟੀਆਂ ਦੀ ਮੀਟਿੰਗ ਕਾਲ ਕਰਨਾ, ਸਰਬ ਪਾਰਟੀ ਮੀਟਿੰਗ ਦੀ। ਆ ਕੀ ਹੋ ਰਿਹਾ ਤੁਹਾਡੇ ਸਾਹਮਣੇ? ਭਗਵੰਤ ਮਾਨ ਨੂੰ ਸਾਰੀਆਂ ਪਾਰਟੀਆਂ ਨੂੰ ਹੁਣ ਤੱਕ ਸੱਦਾ ਦੇ ਦੇਣਾ ਚਾਹੀਦਾ ਸੀ ਵੀ ਆਓ ਚੱਲੀਏ, ਮੋਦੀ ਨੂੰ ਘੇਰਾਬੰਦੀ ਕਰੀਏ, ਨਾਲੇ ਉੱਥੇ ਕੇਜਰੀਵਾਲ ਨੂੰ ਨਾਲ ਲੈ ਲੈਣ ਉਂਗਲੀ ਫੜ ਕੇ ਵੀ ਚੱਲ ਤੂੰ ਵੀ ਚੱਲ ਨਾਲ ਪਈ। ਹਾਂ, ਇਹ ਭਾਵੇਂ ਅੱਧੀ ਸਰਕਾਰ ਆ ਪਰ ਸਾਡੀ ਪੂਰੀ ਸਰਕਾਰ ਆ, ਡੇਢ ਗੁਣਾ ਭਾਰ ਪੈ ਜਾਊਗਾ, ਬਹੁਤ ਵੱਡਾ ਆ, ਚਲੋ ਚੱਲੀਏ, ਮੋਦੀ ਨੂੰ ਘੇਰੋ। ਉਹ ਗੱਲ ਕਰਨੀ ਚਾਹੀਦੀ ਸੀ ਹੁਣ ਤੱਕ। ਸਰਕਾਰ ਤੇ ਸਮੁੱਚੇ ਪੰਜਾਬ ਦੀ ਸਰਕਾਰ ਆ ਨਾ, ਸਭ ਤੋਂ ਪਹਿਲਾ ਫਰਜ਼ ਜਿਹੜਾ ਅਕਾਲੀਆਂ ਨਾਲੋਂ ਵੀ ਭਗਵੰਤ ਮਾਨ ਦਾ ਤੇ ਉਹਦੀ ਸਰਕਾਰ ਦਾ ਬਣਦਾ, ਦੂਜੇ ਨੰਬਰ ਤੇ ਅਕਾਲੀਆਂ ਦਾ, ਕਾਂਗਰਸ ਦਾ, ਸਾਰੀਆਂ ਵਿਰੋਧੀ ਪਾਰਟੀਆਂ ਦਾ ਬਣਦਾ, ਸਮੁੱਚਿਆਂ ਨੂੰ ਨਾਲ ਲੈ ਕੇ ਅੱਗੇ ਵਧਣ। ਕੱਲਾ ਸਵਾਲ ਚੰਡੀਗੜ੍ਹ ਦਾ ਨਹੀਂ ਹੈਗਾ, ਸੰਘੀ ਢਾਂਚੇ ਨੂੰ ਕਿਵੇਂ ਮਜ਼ਬੂਤ ਕਰਨਾ, ਪੰਜਾਬ ਨੂੰ ਕੇਂਦਰ ਤੋਂ ਬਾਰ-ਬਾਰ ਜਿਹੜੀ ਆਪਣੇ ਕਲਾਵੇ 'ਚ ਲੈਣ ਦੀ ਕੋਸ਼ਿਸ਼ ਆ ਉਹਦੇ ਤੋਂ ਆਜ਼ਾਦ ਕਿਵੇਂ ਰੱਖਣਾ, ਪੰਜਾਬ ਨੂੰ ਮੁਕਤ ਕਿਵੇਂ ਰੱਖਣਾ, ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਆਪਾਂ ਹੁਣੇ ਹੀ ਦਹਾੜ ਮਾਰੀਏ। ਔਰ ਦੂਸਰੀ ਗੱਲ, ਯੂਕਰੇਨ ਦੀ ਲੜਾਈ ਕਰਕੇ ਪੰਜਾਬ ਨੂੰ ਇਸ ਵੇਲੇ ਦਾਣੇ ਪਾਣੀ ਬਾਹਰ ਬਹੁਤ ਵੱਡੇ ਪੱਧਰ ਤੇ ਵਿਕਣ ਲਈ ਮਾਰਕੀਟ ਮਿਲਣੀ ਹੈ। ਸਾਨੂੰ ਕਰਾਚੀ ਵੀ ਨੇੜੇ ਪੈਂਦਾ, ਸਾਨੂੰ ਸੈਂਟਰਲ ਏਸ਼ੀਆ ਵੀ ਨੇੜੇ ਪੈਂਦਾ। 2 ਗੱਲਾਂ ਮੋਦੀ ਜੀ ਨੂੰ ਉਹਨਾਂ ਦੇ ਹੱਥ 'ਚ ਫੜਾ ਕੇ ਪੰਜਾਬ ਆਵੇ, ਪੱਕੀ ਮੇਰੀ ਗੱਲ ਸੁਣ ਲਓ। ਇੱਕ ਕਿ ਜਿਹੜਾ ਉਹ ਚੀਨ ਉੱਥੇ ਰਾਹ ਬਣਾ ਰਿਹਾ, ਉਧਰ ਦੀ ਸੜਕ ਬਣਾ ਰਿਹਾ, ਉਹਦੇ 'ਚ ਕੋਈ ਹਿੱਸੇਦਾਰੀ 5-10% ਹਿੱਸਾ ਪਾ ਕੇ ਉਹ ਰਾਹ ਦੇ ਵਿੱਚ ਸ਼ਾਮਲ ਹੋਣ। ਉਹ ਸੈਂਟਰਲ ਏਸ਼ੀਆ ਨੂੰ ਜਾਣਾ ਬਾਈ ਰੋਡ ਅਸੀਂ ਜਾਇਆ ਕਰੀਏ। ਬਾਕੀ ਗੱਲਾਂ ਵਪਾਰਕ ਗੱਲਾਂ ਤੇ ਖੁੱਲ ਕੇ ਕਰੋ, ਬਾਕੀ ਰਾਜਨੀਤਿਕ ਜਿਹੜੀ ਖਹਿਬਾਜੀ ਉਹ ਤੇ ਪਾਕਿਸਤਾਨ ਨਾਲ ਵੀ ਚੱਲਦੀ, ਚੀਨ ਨਾਲ ਵੀ ਜਿਹੜੀ ਵੀ ਉਹ ਵੀ ਘਟਾਉਣੀ ਚਾਹੀਦੀ ਹੈ। ਜੇ ਚੱਲਦੀ ਤੇ ਚੱਲੀ ਜਾਏ, ਉਹ ਅਲੱਗ ਗੱਲ ਹੈਗੀ ਆ ਏਰੀਏ ਦੀ, ਸਰਹੱਦਾਂ ਦੀ। ਪਰ ਜਿੱਥੋਂ ਤੱਕ ਵਪਾਰ ਦੀ ਗੱਲ ਆ, ਉਹਦੇ 'ਚ ਤੇ ਖੁੱਲ ਕੇ ਹੋਣਾ ਚਾਹੀਦਾ। ਦੂਜਾ, ਪਾਕਿਸਤਾਨ ਨੂੰ ਚਿੱਠੀ ਲਿਖਣ ਇਮਰਾਨ ਖਾਨ ਨੂੰ, ਪਤਾ ਨਹੀਂ ਉਹਦੀ ਸਰਕਾਰ ਉਦੋਂ ਤੱਕ ਰਹਿੰਦੀ ਆ ਕਿ ਨਹੀਂ ਰਹਿੰਦੀ, ਵੀਰਵਾਰ ਨੂੰ ਸ਼ਾਇਦ ਵੋਟਾਂ ਪੈਣਗੀਆਂ, ਛੇਤੀ ਦੇਣੀ ਇੱਕ ਚਿੱਠੀ ਲਿਖਾ ਦੇਣ ਕਿ ਇਮਰਾਨ ਖਾਨ ਜੇ ਤੂੰ ਇੱਕ ਤੇ ਕਰਤਾਰਪੁਰ ਦਾ ਲਾਂਘਾ ਖੋਲਤਾ, ਆ ਵੀ ਲਾਂਘਾ ਖੋਲ ਦੇ, ਸਾਡੀ ਕਣਕ ਆ ਰਹੀ ਆ, ਬੜੇ ਬੜੇ ਟਰੱਕ ਜਿਹੜੇ ਆ ਟਰੈਕਟਰ ਟਰਾਲੀਆਂ ਲੈ ਕੇ ਅਸੀਂ ਜਾ ਰਹੇ ਆ ਸੈਂਟਰਲ ਏਸ਼ੀਆ ਨੂੰ। ਤੇ ਜਿਵੇਂ ਪਹਿਲਾਂ ਦਿੱਲੀ ਦੇ ਬਾਰਡਰਾਂ ਤੇ ਗਏ ਸੀ, ਅਸੀਂ ਇੱਧਰ ਨੂੰ ਪਾਕਿਸਤਾਨ ਰਾਹੀਂ ਆਪਣੀ ਸਾਰੀ ਕਣਕ ਵੱਡੇ ਪੱਧਰ ਤੇ ਸਾਨੂੰ ਫਾਇਦਾ ਪੰਜਾਬ ਨੂੰ ਹੋ ਸਕਦਾ। ਇਹ 2 ਗੱਲਾਂ ਚੀਨ ਪ੍ਰਤੀ ਵੀ ਪਾਕਿਸਤਾਨ ਪ੍ਰਤੀ ਵੀ ਕਰਕੇ ਆਉਣ, ਨਾਲੇ ਕੇਜਰੀਵਾਲ ਦਾ ਪਤਾ ਲੱਗ ਜੂਗਾ ਕਿ ਕਿੰਨਾ ਕੇ ਦੇਸ਼ ਭਗਤ ਆ, ਕਿੰਨਾ ਕੇ ਦਾ ਬੂੰਦ ਬੂੰਦ ਜਿਹੜਾ ਖੂਨ ਆ ਉਹ ਦੇਸ਼ ਭਗਤੀ 'ਚ ਰੰਗਿਆ ਹੋਇਆ। ਇਹ ਵੀ ਜ਼ਰੂਰੀ ਹੈ ਨਾ। ਹੁਣ ਪੰਜਾਬ ਭਗਤੀ ਵੀ ਤੇ ਚਾਹੀਦੀ ਹੈ, ਪੰਜਾਬ ਵੀ ਦੇਸ਼ ਦਾ ਹੀ ਹਿੱਸਾ ਆ ਤੇ ਪੰਜਾਬੀ ਤੇ ਹਮੇਸ਼ਾ ਲੜ ਕੇ ਬਾਰਡਰ ਬਚਾਉਂਦੇ ਆ। ਪੰਜਾਬੀਆਂ ਦੀ ਵੱਡੀ ਕੰਟਰੀਬਿਊਸ਼ਨ ਦੇਸ਼ ਦੀ ਆਜ਼ਾਦੀ ਵਿੱਚ ਵੀ ਹੈ। ਤੇ ਹੁਣ ਥੋੜੀਆਂ ਬਹੁਤੀਆਂ 5-7 ਬੂੰਦਾਂ ਜਿਹੜੀਆਂ ਖੂਨ ਦੀਆਂ ਕੇਜਰੀਵਾਲ ਉਹ ਪੰਜਾਬੀਆਂ ਲਈ ਵੀ ਜ਼ਰੂਰ ਤਿਆਰ ਰੱਖੇ। ਬਾਕੀ ਸਾਰੇ ਦੇਸ਼ ਨੂੰ ਬਾਕੀ ਜਿੰਨਾ ਮਰਜ਼ੀ ਹੋਰ ਬੂੰਦਾਂ ਜਿਹੜੇ ਆ ਦੇ ਦੇਣ, ਪਰ ਇਧਰ ਲਈ ਵੀ ਕੁਰਬਾਨੀ ਕਰਨ ਲਈ ਜ਼ਰੂਰ ਤਿਆਰ ਰਹਿਣ। ਭਗਵੰਤ ਮਾਨ ਉਹਨਾਂ ਨੂੰ ਵੀ ਐਨ ਤੁਰੰਤ ਐਕਸ਼ਨ 'ਚ ਆ ਜਾਣਾ ਚਾਹੀਦਾ ਜੀ। ਮੈਂ ਪ੍ਰੋਫੈਸਰ ਸਾਹਿਬ ਸਵਾਲ ਇੱਕ ਨਾਲ ਪੈਟਰੋਲ ਡੀਜ਼ਲ ਦਾ ਜੋੜਿਆ ਸੀ, ਹੁਣ ਇੱਕ ਹੋਰ ਜੋੜ ਦਿੰਦਾ, ਉਹਦਾ ਵੀ ਗੱਲ ਕਰਿਓ ਕਿ ਪ੍ਰੀਪੇਡ ਮੀਟਰਾਂ ਦੀ ਗੱਲ। ਮੰਤਰੀ ਸਾਹਿਬ ਕਹਿੰਦੇ ਕਿ ਬਿਜਲੀ ਦੇ ਮੀਟਰ ਲੱਗਣਗੇ, ਸਮਾਰਟ ਮੀਟਰ ਲੱਗਣਗੇ, ਪਰ ਪ੍ਰੀਪੇਡ ਨਹੀਂ ਹੋਣਗੇ। ਫਿਰ ਗੱਲ ਉੱਥੇ ਹੀ ਆ ਜਾਣੀ ਹੈ ਕਿ ਇਹ ਜਿਵੇਂ ਤੇਲ ਆਊਟ ਆਫ ਕੰਟਰੋਲ ਹੋ ਗਿਆ ਤੇ ਗੈਸ ਤੇ ਸਬਸਿਡੀ ਉਹ ਹੁਣ ਮਿਲਦੀ ਨਹੀਂ, ਕੋਈ 2-4 ਰੁਪਏ ਆਉਂਦੇ ਨੇ ਲੋਕਾਂ ਨੂੰ। ਫਿਰ ਕੱਲ ਨੂੰ ਬਿਜਲੀ ਵਾਲੀ ਸਬਸਿਡੀ ਉਹ ਵੀ 1-ਅੱਧਾ ਰੁਪਇਆ ਹੌਲੀ ਹੌਲੀ ਕਰਦਿਆਂ ਇਹਨਾਂ ਨੇ ਘਟਾ ਦੇਣਾ ਤੇ ਉੱਥੇ ਤੱਕ ਗੱਲ ਪਹੁੰਚ ਜਾਣੀ ਹੈ, ਮੀਟਰ ਪਰ ਲੱਗ ਜਾਣੇ ਨੇ। ਮੇਰਾ ਇੱਕੋ ਜਵਾਬ ਆ ਕਿ ਪੰਜਾਬੀ ਇਕੱਠੇ ਰਹਿਣ। ਹਮਲੇ ਬੜੇ ਤੇਜ਼ ਹੋਣੇ ਆ, ਮਹਿੰਗਾਈ ਬਹੁਤ ਵਧਣ ਵਾਲੀ ਹੈ। ਪੈਟਰੋਲ ਪੰਜਾਬ 'ਚ 100 ਰੁਪਏ ਲੀਟਰ ਤੋਂ ਉੱਪਰ ਚਲਾ ਗਿਆ। ਡੀਜ਼ਲ ਪਿੱਛੇ ਪਿੱਛੇ ਭੱਜਾ ਆਉਂਦਾ, 10 ਰੁਪਏ ਦੇ ਫਰਕ ਨਾਲ ਡੀਜ਼ਲ ਵੀ 90 ਜ਼ਰੂਰ ਹੋ ਗਿਆ ਹੋਣਾ। ਕਈਆਂ ਸੂਬਿਆਂ ਦੇ ਵਿੱਚ ਤੇ 115-16 ਰੁਪਏ ਹੋ ਚੁੱਕਾ ਪੈਟਰੋਲ। ਇਹਦਾ ਮਤਲਬ ਆ ਡੀਜ਼ਲ 102-3 ਰੁਪਏ ਹੋ ਚੁੱਕਾ। ਯਾਨੀ ਜਿਹਨੂੰ ਸੱਚੀ ਮੁੱਚੀ ਪੈਟਰੋਲ ਨੂੰ ਅੱਗ ਲੱਗੀ ਪਈ ਹੈ। ਇਹ ਤੇ ਪੈਟਰੋਲ ਦੀ ਅੱਗ ਲੱਗੀ ਛੇਤੀ ਬੁੱਝਦੀ ਨਹੀਂ, ਤੁਹਾਨੂੰ ਪਤਾ। ਇਹਨੇ ਸਾਰੇ ਦੇਸ਼ 'ਚ ਮਹਿੰਗਾਈ ਨੂੰ ਬਹੁਤ ਵੱਡਾ ਪੱਧਰ ਤੇ ਫੈਲਾ ਦੇਣਾ, ਭੁੱਖਮਰੀ ਫੈਲਣ ਵਾਲੀ ਹੈ। ਕਿੰਨੀ ਕੁ ਦੇਰ ਲੋਕ ਜਾਤਾਂ ਦੇ ਧਰਮਾਂ ਦੀਆਂ ਟੱਲੀਆਂ ਵਜਾ ਕੇ ਆਪਣਾ ਢਿੱਡ ਭਰਨਗੇ? ਤੇ ਉਹ ਤੇ ਜਿਸ ਤਰ੍ਹਾਂ ਸਾਡੇ ਆਲਾ ਫੜ ਚਾਬੀ ਆਪਣੀ, ਸਾਡੇ ਭੁੱਖਿਆਂ ਭਗਤੀ ਨਾ ਹੁੰਦੀ ਹੈ ਨਾ। ਤੇ ਉਹ ਜਿਹੜੇ ਭਗਤ ਵੀ ਲੋਕ ਆ ਉਹ ਕਹਿੰਦੇ ਵੀ ਆ ਰੱਬ ਦਾ ਨਾਂ ਤਾਂ ਹੀ ਆ ਜੇ ਸ਼ਾਂਤ ਹੋਊ, ਮਨ ਸ਼ਾਂਤ ਹੋਊ ਤਾਂ ਹੀ ਰੱਬ ਵੀ ਚੰਗਾ ਲੱਗਦਾ, ਤਾਂ ਹੀ ਹਰ ਚੀਜ਼ ਜਿਹੜੀ ਤੁਹਾਡੇ ਹੁੰਦੀ। ਜੇ ਚੂਹੇ ਢਿੱਡ 'ਚ ਨੱਚਣ ਡਏ ਆ ਫਿਰ
ਨਹੀਂ ਹੁੰਦੀ, ਭੁੱਖਿਆਂ ਪੇਟ ਭਗਤੀ ਨਹੀਂ ਹੁੰਦੀ, ਨਾ ਕਰਨੀ ਚਾਹੀਦੀ ਹੈ। ਜੀ ਆਪਾਂ ਨੇ ਰੱਬ ਨੇ ਸਾਨੂੰ ਜੋ ਸਿਸਟਮ ਦਿੱਤਾ, ਇਹ ਵੀ ਰੱਬ ਦੀ ਭਗਤੀ ਹੈ। ਜੇ ਅਸੀਂ ਰੋਟੀ ਖਾਂਦੇ ਆ ਨਾ, ਰੱਬ ਨੇ ਸਾਨੂੰ ਰੋਟੀ ਖਾਣ ਲਈ ਕਿਹਾ ਹੋਇਆ, ਸਰੀਰ ਨੂੰ ਠੀਕ ਰੱਖਣ ਲਈ ਸਾਡੀ ਜ਼ਿੰਮੇਵਾਰੀ ਲਾਈ ਹੋਈ ਆ। ਸਾਡੀ ਆਤਮਾ ਨੂੰ ਵੀ, ਸਾਡੀ ਮਾਨਸਿਕਤਾ ਨੂੰ ਵੀ, ਸਾਡੇ ਸਰੀਰ ਨੂੰ ਵੀ ਇਹਨੂੰ ਠੀਕ ਰੱਖਣ ਦੀ ਜ਼ਿੰਮੇਵਾਰੀ ਹੈ। ਜੇ ਇਹ ਠੀਕ ਰੱਖਦੇ ਆ ਤੇ ਰੱਬ ਦੀ ਭਗਤੀ ਹੈ ਇਹ ਵੀ। ਇਸ ਲਈ ਜੇ ਭੁੱਖੇ ਮਾਰਨਗੇ, ਇਹ ਰੱਬ ਦੇ ਵਿਰੋਧੀ ਆ, ਕੋਈ ਨਾ ਦੇਸ਼ ਭਗਤ ਆ ਨਾ ਰੱਬ ਦੇ ਵਿਰੋਧੀ ਆ। ਸਾਡਾ ਦੇਸ਼ ਸਭ ਤੋਂ ਵੱਧ ਪਖੰਡ ਰੱਬ ਦਾ ਕਰਦਾ, ਔਰ ਕਹਿੰਦੇ ਕਿ ਸਭ ਤੋਂ ਵੱਧ ਇੱਥੇ ਸਾਧੂ ਸੰਤ ਮਹਾਤਮਾ ਬਹੁਤ ਅਸੀਂ ਹੈਗੇ ਆ। ਸਭ ਤੋਂ ਵੱਧ ਮੁਸੀਬਤਾਂ ਆਪਣੇ ਹੀ ਸ਼ਹਿਰੀਆਂ ਨੂੰ, ਆਪਣੇ ਲੋਕਾਂ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਗਰੀਬਾਂ ਨੂੰ ਸਾਡਾ ਦੇਸ਼ ਦਿੰਦਾ। ਅਜੇ ਵੀ ਕੋਈ ਰਾਹਤ ਨਹੀਂ। ਜਦੋਂ ਤੇ ਪੈਸਾ ਵੱਧਦਾ ਸੀਗਾ ਪੈਟਰੋਲ ਡੀਜ਼ਲ ਦੇ ਵਿੱਚ, ਸਸਤਾ ਸੀਗਾ, $30 ਦੀ ਪਰ ਬੈਰਲ ਵੀ ਸੀਗੀ, ਹੁਣ ਤੇ 112-13 ਜਾਂ ਕਿੰਨੇ ਡਾਲਰ ਦੇ ਉੱਪਰ ਥੱਲੇ ਜਾ ਰਹੀ ਹੈ ਥੋੜੀ ਬਹੁਤ, ਕਿਤੇ $6 ਥੱਲੇ ਆ ਗਈ ਜਾਂ ਉੱਪਰ ਚਲੇਗੀ। ਹੁਣ ਮਹਿੰਗਾ ਆ, ਅਜੇ ਵੀ ਬਥੇਰਾ ਪੈਸਾ। ਇਹਨੂੰ ਜੀਐਸਟੀ ਦੇ ਥੱਲੇ ਕਿਉਂ ਨਹੀਂ ਲੈ ਕੇ ਆਉਂਦੇ ਪਈ? ਤੁਸੀਂ ਹਰ ਚੀਜ਼, ਇੱਕ ਨਿਸ਼ਾਨ, ਇੱਕ ਦੁਕਾਨ, ਇੱਕ ਭਲਵਾਨ, ਸਾਰਾ ਕੁਝ ਇੱਕ ਇੱਕ ਕਰੀ ਜਾਂਦੇ ਆ, ਤੇ ਇੱਥੇ ਜੀਐਸਟੀ ਜਦੋਂ ਸਾਰੇ ਦੇਸ਼ 'ਚ ਬਾਕੀ ਚੀਜ਼ਾਂ ਤੇ ਲਾਤੀ, ਇਹ ਪੈਟਰੋਲ ਤੇ ਕਿਉਂ ਨਹੀਂ ਲਾਉਂਦੇ? ਨਾ ਤੁਸੀਂ ਰੀਅਲ estate ਤੇ ਲਾਉਨੇ। ਇਹਨੂੰ ਵੀ ਜੀਐਸਟੀ ਦੇ ਥੱਲੇ ਲੈ ਕੇ ਆਓ, ਤਾਂ ਕਿ ਇਹਦਾ ਵੱਧ ਤੋਂ ਵੱਧ ਕਿੰਨੀ ਇਨਕਮ ਇਹ ਤੋਂ ਕਰਨੀ ਹੈ, ਲੋਕਾਂ ਨੂੰ ਰਾਹਤ ਮਿਲੇ। ਇਹ ਤੇ ਇੱਕ ਇਹੋ ਜਿਹੀ ਚੀਜ਼ ਲੱਭੀ ਆ ਵੀ ਜਾਣੀ ਲੁੱਟੀ ਜਾਓ ਲੋਕਾਂ ਦੇ ਜੇਬਾਂ ਤੇ। ਦੇਸ਼ ਦੇ ਅੰਦਰ ਜਨਰਲ ਮਹਿੰਗਾਈ ਵੱਧ ਜੂ। ਆਟਾ ਇੰਨਾ ਮਹਿੰਗਾ ਹੋਣ ਵਾਲਾ, ਆਟੇ ਤੋਂ ਥੱਲੇ ਕੀ ਖਾਓਗੇ? ਮਿੱਟੀ ਖਾਓਗੇ, ਉਹ ਵੀ ਬੜੀ ਮਹਿੰਗੀ ਆ, ਰੇਤਾ ਬਜਰੀ। ਇਸ ਲਈ ਆਟਾ ਇੰਨਾ ਮਹਿੰਗਾ। ਸੁਖਵਿੰਦਰ, ਜੇ ਮੇਰੀ ਗੱਲ ਸਮਝੋ ਤੇ ਤੁਸੀਂ 4 ਬੋਰੀਆਂ ਲੈ ਕੇ ਕਣਕ ਰੱਖ ਲਓ। ਮੇਰੇ ਮਨ 'ਚ ਵੀ ਆ ਰਿਹਾ ਸੀਗਾ ਕਿ ਐਤਕੀ ਕਾਫੀ ਕਾਲ ਵਾਲੀ ਸਿਚੁਏਸ਼ਨ ਹੋ ਸਕਦੀ ਆ। ਬਾਹਰ ਮੰਗ ਵੱਧ ਜਾਣੀ ਆ, ਪੈਸਾ ਇਹਨਾਂ ਕੋਲ ਹੈ ਨਹੀਂ, ਪੈਟਰੋਲ ਇਹਨਾਂ ਨੇ ਖਰੀਦਣਾ, ਇਹਨਾਂ ਨੇ ਕਣਕ ਐਕਸਪੋਰਟ ਕਰਨੀ ਆ, ਇੱਥੇ ਦੇ ਲੋਕ ਭੁੱਖੇ ਮਰਨੇ ਆ, ਤੇ ਉਹ ਪੈਟਰੋਲ ਦੇ ਪੈਸੇ ਕਣਕ ਵੇਚ ਕੇ ਦੇਣਗੇ। ਇਹੋ ਜਿਹੇ ਕੰਮ ਇਹ ਸਰਕਾਰਾਂ ਕਰ ਸਕਦੀਆਂ ਆ। ਆਪਾਂ ਨੂੰ ਦਬਾਅ ਪਾਉਣਾ ਚਾਹੀਦਾ ਵੀ ਪੈਸੇ ਦੇ ਲਾਲਚ ਵਿੱਚ ਕਿਤੇ ਹੋਰ ਨਾ ਪੁੱਠੇ ਕੰਮ ਕਰਿਓ, ਦੇਸ਼ ਭੁੱਖਾ ਮਰ ਜਾਊਗਾ। ਚੌਲ ਤੇ ਰੋਟੀ ਤੇ ਮਾੜੀ ਮੋਟੀ ਦਾਲ ਜਿਹੜੀ ਮਿਲਦੀ ਆ ਉਹੀ ਤੇ ਖਾਂਦੇ ਆ, ਹੋਰ ਇੱਥੇ ਕਿਹੜੇ ਕਿਤੇ ਮੁਰਗੇ ਖਾਂਦੇ ਆ। ਇਸ ਲਈ ਇਸ ਲਈ ਆਉਣ ਵਾਲਾ ਸਮਾਂ ਜਿਹੜਾ ਪਿਛਲੇ ਜਿਹੜੇ ਆਉਣੇ 6 ਮਹੀਨੇ ਜਾਂ ਸਾਲ, ਉਹ ਮੋਦੀ ਲਈ ਤੇ ਦੇਸ਼ ਦੀ ਸਰਕਾਰ ਲਈ ਤੇ ਚੁਣੌਤੀਪੂਰਵਕ ਹੈ ਹੀ। ਪੰਜਾਬ ਜਿਹੜਾ ਸਭ ਤੋਂ ਵੱਧ ਅੰਨ ਦਾ ਭੰਡਾਰ ਆ, ਜਾਂ ਹੋਰ ਇੱਥੇ ਆਪਾਂ ਸਭ ਕੁਝ ਸਾਰੀ ਦੁਨੀਆ ਨੂੰ ਐਵੇਂ ਸਮਝਦੇ ਆ, ਸੀਨਾ ਤਾਣ ਕੇ ਚੱਲਦੇ ਆ ਕਿ ਸਾਡੇ ਕਿਸੇ ਕਿਸਮ ਦੀ ਘਾਟ ਖਾਣ ਪੀਣ ਦੇ ਪਹਿਨਣ ਦੀ ਨਹੀਂ ਹੈਗੀ, ਨਾ ਕੋਈ ਰਹਿਣ ਦੀ ਹੈਗੀ। ਇਹੋ ਜਿਹੀ ਗੱਲ ਕਰਦੇ ਆ ਜਾਂ ਸੋਚਦੇ ਆ ਤਾਂ ਆਪਾਂ ਵੀ ਕਾਫੀ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਟਰਮਾਇਲ, ਅਸੀਂ ਕਾਫੀ ਸੰਕਟ 'ਚ ਆਪਣੇ ਆਪ ਨੂੰ ਦੇਖ ਸਕਦੇ ਆ। ਉਹ ਆਰਥਿਕ ਵੀ ਹੋਊਗਾ ਤੇ ਜਿਹਦੇ ਰੈਪਰਕਸ਼ਨ ਆਉਣ ਵਾਲੇ ਸਮੇਂ 'ਚ ਰਾਜਨੀਤਿਕ ਵੀ ਹੋਣਗੇ। ਜੀ, ਜਦੋਂ ਗੱਲ ਪੰਜਾਬ ਦੀ ਆਉਂਦੀ ਹੈ ਤਾਂ ਪ੍ਰੋਫੈਸਰ ਸਾਹਿਬ ਮੈਨੂੰ ਏਦਾਂ ਲੱਗਦਾ ਕਿ ਮੁੱਦੇ ਮੁੱਕਣ ਦਾ ਨਾਮ ਨਹੀਂ ਲੈਂਦੇ। ਬਾਈਬਲ ਕਲਾਂ, ਬੇਅਦਬੀ ਵਾਲੇ ਮਸਲੇ, ਗੋਲੀकांड ਦਾ ਮਸਲਾ, ਤੇ ਭਾਵੇਂ ਇਹਦੇ ਵਿੱਚ ਕਹਿੰਦੇ ਪਿੱਛੇ ਜੇ ਰਾਮ ਰਹੀਮ ਨੂੰ ਨਾਮਜ਼ਦ ਕੀਤਾ ਗਿਆ, ਐਸਆਈਟੀ ਨਵੇਂ ਸਿਰਿਓਂ ਬਣਾਤੀ ਭਗਵੰਤ ਮਾਨ ਹੋਰਾਂ ਦੀ ਸਰਕਾਰ ਨੇ, ਪਰ ਸਿੱਧੂ ਸਾਹਿਬ ਨੇ ਜਾ ਕੇ ਉੱਥੇ ਗੱਲਬਾਤ ਕੀਤੀ ਆ। ਉਹ ਕਹਿੰਦੇ ਕਿ ਇੰਤਜ਼ਾਰ ਦੀ ਇੰਤਹਾ ਹੋ ਗਈ ਆ, ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਉਹੀ ਕੰਮ ਹੋ ਗਿਆ ਕਿ ਹੁਣ ਤੱਕ ਜਿਹੜੇ ਕਹਿੰਦੇ ਸੀ ਕਿ ਜਦੋਂ ਅਸੀਂ ਆ ਗਏ ਤੇ ਅਸੀਂ ਫੜ ਅੰਦਰ ਦੇ ਦੇਣੇ ਨੇ, ਉਹ ਹੁਣ ਚੁੱਪ ਕਿਉਂ ਨੇ ਇਸ ਮਸਲੇ ਤੇ? ਮੈਨੂੰ ਲੱਗਦਾ ਉਹਨਾਂ ਦੇ ਅੰਦਰ ਨਾ ਕਾਫੀ ਭੰਗ ਵੀ ਭੁੱਜ ਰਹੀ ਹੋਊਗੀ। ਇਹ ਚੁੱਪ ਤੇ ਨਹੀਂ ਹੈ, ਸੱਤਾ ਦਾ ਖਿੱਚੋਤਾਣ ਤੇ ਚੱਲ ਰਹੀ ਲੱਗ ਰਹੀ ਹੈ। ਦੇਖੋ 10 ਮਿਨਿਸਟਰ ਬਣ ਗਏ ਆ, 7 ਬਣੇ ਨਹੀਂ ਹੈਗੇ। ਮੈਨੂੰ ਨਹੀਂ ਲੱਗਦਾ ਛੇਤੀ ਉਹ ਬਣਨ ਵੀ। ਚੇਅਰਮੈਨਾਂ ਦੀਆਂ ਕਹਿੰਦੇ ਵੰਡੀਆਂ ਮੁੰਡੀਆਂ ਪਾਉਣ ਦੀਆਂ ਲਿਸਟਾਂ ਤਿਆਰ ਹੋ ਰਹੀਆਂ, ਤਾਂ ਕਿ ਛੋਟੀ ਮੋਟੀ ਕੋਈ ਗੁਗਲੀ ਦੇ ਕੇ ਉਹਦੇ ਨਾਲ ਕੰਮ ਚਲਾ ਲਿਆ ਜਾਏ। ਇਸ ਤਰੀਕੇ ਦਾ ਆਪ ਦੇ ਅੰਦਰ ਅਜੇ ਜਿਹੜਾ ਸੱਤਾ ਦਾ ਜਦੋਂ ਆਉਂਦੀ ਹੱਥ, ਤੇ ਉਸ ਨੂੰ ਇੱਕ ਮਸ਼ੀਨ ਦੇ ਤੌਰ ਤੇ ਫਿੱਟ ਕਰਕੇ ਚਲਾਉਣਾ ਕਿਵੇਂ ਆ, ਉਹਦੀ ਅਜੇ ਟਾਈਮ ਲੱਗ ਰਿਹਾ। ਇੰਜੀਨੀਅਰ ਲੱਗੇ ਹੋਏ ਆ, ਸਭ ਤੋਂ ਵੱਡਾ ਇੰਜੀਨੀਅਰ ਤੁਹਾਨੂੰ ਪਤਾ ਹੀ ਹੈ ਕੇਜਰੀਵਾਲ ਹੈਗਾ ਖੁਦ। ਉਹ ਫਿੱਟ ਕਰਨ ਸਾਰੇ ਪੁਰਜੇ ਲੱਗੇ ਹੋਏ ਆ, ਉਹਦੇ 'ਚ ਟਾਈਮ ਜ਼ਿਆਦਾ ਲੱਗ ਰਿਹਾ। ਦੇਖੋ, ਇਹ ਕਹਿਣਾ ਬਹੁਤ ਸੌਖਾ ਹੁੰਦਾ ਜ਼ਬਾਨ ਹਿਲਾ ਕੇ, ਮੈਂ 24 ਘੰਟਿਆਂ 'ਚ ਮਜੀਠੀਆ ਨੂੰ ਜੇਲ੍ਹ 'ਚ ਦੇ ਦੂੰ। ਕਿਹਨੇ ਦਿੱਤਾ? ਕੁਛ ਨਹੀਂ ਆ। ਉਹ ਬਾਅਦ ਵਿੱਚ ਜੋ ਹੋਇਆ, ਜਿਸ ਤਰ੍ਹਾਂ ਵੀ ਹੋਇਆ, ਉਹ ਗੱਲਾਂ ਬਾਅਦ ਦੀਆਂ ਚੋਣਾਂ ਜਿੱਤਣ ਲਈ। ਪਰ 4.5 ਸਾਲ ਤੇ ਕੈਪਟਨ ਨੇ ਉਧਰ ਨੂੰ ਦੇਖਿਆ ਵੀ ਨਹੀਂ। ਇਹੀ ਕੇਜਰੀਵਾਲ ਜੀ ਵੀ ਕਹਿੰਦੇ ਸੀ ਇਹਨਾਂ ਦੀ ਕਿਸਮਤ ਚੰਗੀ ਆ ਕਿ ਮਜੀਠੀਆ ਪਹਿਲਾਂ ਹੀ ਅੰਦਰ ਆ, ਨਹੀਂ ਤੇ ਇਹ ਵੀ ਇਹਨਾਂ ਨੇ ਵੀ ਪਿਛਲੀਆਂ ਚੋਣਾਂ 'ਚ ਇਹੀ ਕਿਹਾ ਸੀਗਾ ਵੀ ਅਸੀਂ 24 ਘੰਟਿਆਂ 'ਚ ਜਾਂ ਬਹੁਤ ਛੇਤੀ ਅੰਦਰ
ਅਸੀਂ ਜੇਲ੍ਹ 'ਚ ਸੁੱਟ ਦਿਆਂਗੇ, ਬਾਅਦ 'ਚ ਮਾਫੀ ਮੰਗਣੀ ਪਈ ਸੀ। ਹੁਣ ਇਹੀ ਗੱਲ ਬਹਿਬਲ ਕਲਾਂ ਜਾਂ ਸਾਰੇ ਉਹਦੇ ਇਨਸਾਫ ਦੀ ਗੱਲ ਉਹਦੇ ਨਾਲ ਜੁੜਦੀ ਆ ਰਹੀ ਹੈ। ਇਹ ਛੇਤੀ ਕਰਨਗੇ ਤੇ ਚੰਗੀ ਗੱਲ ਹੋਊਗੀ, ਕਿਉਂਕਿ ਆਲਰੇਡੀ ਤੁਹਾਨੂੰ ਪਤਾ ਉਹ ਜਿਹੜੇ ਉੱਥੇ ਇੱਕ ਸਿੰਘ ਸ਼ਹੀਦ ਹੋਏ ਸੀਗੇ ਕ੍ਰਿਸ਼ਨ ਜੀ, ਉਹਨਾਂ ਦਾ ਬੇਟਾ ਉੱਥੇ ਬੈਠਾ ਹੋਇਆ, ਉਹਨੂੰ ਮਿਲ ਕੇ ਵੀ ਆਇਆ ਆਪਣਾ ਨਵਜੋਤ ਸਿੰਘ ਸਿੱਧੂ, ਹੋਰ ਵੀ ਬੰਦੇ ਮਿਲਣਗੇ, ਮਿਲਣਾ ਚਾਹੀਦਾ ਵੀ ਹੈਗਾ। ਉਦੋਂ ਇਹ ਪਹਿਲਾਂ ਇਲੈਕਸ਼ਨ ਤੋਂ ਇਸ ਕਿਸਮ ਦੇ ਵਾਅਦੇ ਸੀਗੇ ਵੀ ਇਹ 24 ਘੰਟਿਆਂ ਦਾ ਕੰਮ ਹੈ, ਰਿਪੋਰਟਾਂ ਤਿਆਰ ਬੈਠੀਆਂ, ਸਾਰੇ ਨਾਂ ਸਾਡੇ ਕੋਲ ਕਲੀਅਰ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਪਾਰਟੀ ਜੁਆਇਨ ਕਰ ਗਿਆ, ਹੁਣ ਉਹ ਐਮਐਲਏ ਬਣ ਗਿਆ, ਹੋ ਸਕਦਾ ਕੱਲ ਨੂੰ ਮਿਨਿਸਟਰ ਵੀ ਬਣ ਜੇ। ਰੌਲਾ ਤੇ ਇਹ ਵੀ ਪੈ ਗਿਆ ਸੀ ਕਿ ਉਹਨੂੰ ਹੋਮ ਮਿਨਿਸਟਰ ਬਣਾਉਣ ਦੀ ਤਿਆਰੀ ਹੈਗੀ ਹੈ, ਫਿਰ ਤੇ ਫੱਟੇ ਚੱਕੇ ਹੋਣੇ ਸੀ, ਹੁਣ ਨੂੰ ਪਤਾ ਨਹੀਂ ਇੱਥੇ ਕੀ ਕੁਝ ਹੋਣਾ ਸੀ, ਪਰ ਅਜੇ ਤੱਕ ਉਹ ਹੋਇਆ ਤੇ ਨਹੀਂ। ਹੁਣ ਲੋਕ ਦਿਨ ਗਿਣ ਗਿਣ ਕੇ ਕੱਟ ਰਹੇ ਆ ਕਿ ਉਹ 24 ਘੰਟਿਆਂ ਤੋਂ ਬਾਅਦ ਕਿੰਨੇ ਹੋਰ ਘੰਟੇ ਅਜੇ ਲੱਗਣਗੇ ਕਿ ਜਿਹੜੇ ਬੰਦੇ ਆ ਉਹ ਫੜ ਕੇ ਸਲਾਖਾਂ ਦੇ ਪਿੱਛੇ ਦਿੱਤੇ ਜਾਣਗੇ। ਉਹ ਕੋਈ ਬਾਬਾ ਆ, ਕੋਈ ਫਰਿਸ਼ਤਾ ਹੈ, ਕੋਈ ਪੁਲਿਸ ਵਾਲਾ ਹੈ, ਕੋਈ ਕੌਣ ਹੈ, ਕੋਈ ਕੌਣ ਹੈ, ਇਹ ਤੇ ਇਹਨਾਂ ਦੀ ਰਿਪੋਰਟ ਦੱਸੂਗੀ। ਉਹ ਰਿਪੋਰਟ ਵਿੱਚ ਕੀ ਹੈ, ਹੁਣ ਤੇ ਰਿਪੋਰਟ ਬਣਾਈ ਵੀ ਇਹਨਾਂ ਦੇ ਐਮਐਲਏ ਨੇ ਬਣਾਈ ਆ, ਕੁੰਵਰ ਵਿਜੇ ਪ੍ਰਤਾਪ ਨੇ, ਉਹੀ ਮੁੱਖ ਸੀਗਾ, ਤੇ ਕੋਈ ਕਮੀ ਪੇਸ਼ੀ ਕਿਸੇ ਪਾਸਿਓਂ ਹੈ ਨਹੀਂ। ਹੁਣ ਤੇ ਐਕਸ਼ਨ ਦੀ ਕਮੀ ਆ। ਆਪਾਂ ਨੂੰ ਥੋੜਾ ਜਿਹਾ ਸਬਰ ਰੱਖਣਾ ਚਾਹੀਦਾ, ਉਹਨਾਂ ਵੀਰਾਂ ਨੂੰ ਵੀ ਰੱਖਣਾ ਚਾਹੀਦਾ, ਕਿਉਂਕਿ ਉਹਨਾਂ ਦੀ ਮਸ਼ੀਨ ਲੱਗਦਾ ਅਜੇ ਪੁਰਜੇ ਪੂਰੇ ਫਿੱਟ ਨਹੀਂ ਹੋ ਰਹੇ ਸਰਕਾਰ ਦੇ, ਤੇ ਜਿਉਂ ਹੀ ਥੁੱਕ ਕਰਕੇ ਮਾਰਿਆ ਪੀਟਰ ਇੰਜਣ ਵਾਂਗੂ ਧੂਆਂ ਕੱਢ ਲਿਆ ਸਰਕਾਰ ਨੇ, ਤੇ ਉਦੋਂ ਹੀ ਉਹ ਗੱਲ ਸਾਰੀ ਚੱਲ ਪੈਣੀ ਆ। ਸਾਰੇ ਜਿਹੜੇ ਖੜੋਤੇ ਕੰਮ ਆ ਉਹ ਪਟਾ ਪਾ ਕੇ ਠੀਕ ਕਰ ਲੈਣਗੇ, ਪਰ ਅਜੇ ਉਹ ਮੈਨੂੰ ਲੱਗਦਾ ਆ ਕਿ ਦਿੱਲੀ ਤੇ ਚੰਡੀਗੜ੍ਹ ਦੇ ਵਿਚਾਲੇ ਦਾ ਜਿਹੜਾ ਗੈਪ ਬਣਿਆ ਉਹ ਦੂਰ ਨਹੀਂ ਹੋ ਰਿਹਾ। ਉਹਦੇ ਲਈ ਭੱਜ ਨੱਸ ਸਾਰੀਆਂ ਤਕਲੀਫਾਂ ਕਾਫੀ ਅੰਦਰ ਚੱਲ ਰਹੀਆਂ ਹੋ ਸਕਦੀਆਂ। ਜੀ, ਆਖਰੀ ਸਵਾਲ ਪ੍ਰੋਫੈਸਰ ਸਾਹਿਬ, ਕਿ ਬਚਣਾ ਤਾਂ ਥੋੜਾ ਜਿਹਾ ਜਿਵੇਂ ਭਾਈਚਾਰਕ ਸਾਂਝ ਬਣਾ ਕੇ ਵੀ ਰੱਖਣੀ ਆ, ਤੇ ਫਿਰਕੂਵਾਦ ਤੋਂ ਵੀ ਬਚਣਾ ਪੈਣਾ। ਅਨਾਇਤਪੁਰਾ ਦੇ ਵਿੱਚ ਇੱਕ ਪਾਸੇ ਗੁੱਜਰਾਂ ਦਾ ਤੇ ਦੂਜੇ ਪਾਸੇ ਜ਼ਿਮੀਂਦਾਰਾਂ ਦਾ ਰੌਲਾ, ਉਹਨੂੰ ਬਣਾਤਾ ਮੁਸਲਮਾਨਾਂ ਤੇ ਸਿੱਖਾਂ ਦਾ ਰੌਲਾ। ਹਾਲਾਂਕਿ ਹੁਣ ਥੋੜਾ ਜਿਹਾ ਸਥਿਤੀ ਥੋੜੀ ਜਿਹੀ ਸੁਧਰੀ ਹੈ ਇਸ ਮਾਮਲੇ ਦੇ ਵਿੱਚ, ਪਰ ਫਿਰ ਵੀ ਸ਼ੱਕ ਬੜਾ ਜਾਪਦਾ ਕਿ ਪੂਰੀ ਦੁਨੀਆ ਦੇ ਵਿੱਚ ਘੱਟ ਗਿਣਤੀ ਜਿਹੜੀ ਹੈ ਪੂਰੇ ਦੇਸ਼ ਵਿੱਚ ਬੈਠੀ ਆ, ਤੇ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਪਏਗਾ ਜੇ ਇਦਾਂ ਦੀਆਂ ਖਬਰਾਂ ਸਾਹਮਣੇ ਆਉਣਗੀਆਂ ਤਾਂ? ਬਹੁ ਗਿਣਤੀ ਨੂੰ ਇਹਦੋਂ ਵੱਧ ਸੁਖਵਿੰਦਰ ਕੋਈ ਹੋਰ ਖੁਸ਼ੀ ਨਹੀਂ ਹੋ ਸਕਦੀ ਕਿ ਦੋ ਦੇਸ਼ ਦੀਆਂ ਘੱਟ ਗਿਣਤੀਆਂ ਇੱਕ ਦੂਜੇ ਦਾ ਸਿਰ ਪਾੜਨ। ਇੱਕ ਪਾਸੇ ਸਿੱਖ ਤੇ ਦੂਜੇ ਪਾਸੇ ਮੁਸਲਮਾਨ। ਹੁਣ ਉਹ ਹੈਗੇ ਆ ਗੁੱਜਰ ਮੁਸਲਮਾਨ ਵੀ ਹੈਗੇ ਆ, ਹੋਰ ਵੀ ਹੋਣਗੇ, ਪਰ ਬਾਈ ਐਂਡ ਲਾਰਜ ਉੱਥੇ ਉਹ ਜਗ੍ਹਾ ਜਗ੍ਹਾ ਤੇ ਮੱਝਾਂ ਲੈ ਕੇ ਆਪਣੀ ਜਗ੍ਹਾ ਤੇ, ਸਾਮਲਾਟ ਜਗ੍ਹਾ ਤੇ, ਜਾਂ ਕਿਸੇ ਨੇ ਬਿਠਾਏ ਆ ਜਾਂ ਬੈਠੇ ਆ, ਜਾਂ ਕੁਝ ਉਹਨਾਂ ਨੇ ਜ਼ਮੀਨਾਂ ਖਰੀਦੀਆਂ ਵੀ ਹੋ ਸਕਦੀਆਂ। ਮੈਨੂੰ ਪੂਰੀ ਗੱਲ ਦਾ ਤੇ ਪਤਾ ਨਹੀਂ ਲੱਗਾ, ਪਰ ਇੰਨਾ ਜ਼ਰੂਰ ਲੱਗਾ ਕਿ ਕੋਈ ਇੱਕ ਦੋ ਬੰਦੇ ਉਹਨਾਂ ਦੇ ਮਾਰੇ ਗਏ ਆ। ਕਿੱਦਾਂ ਮਾਰੇ ਗਏ, ਪੁਰਾਣਾ ਕੋਈ ਕਹਿੰਦਾ 3-4 ਸਾਲ ਦਾ ਉਹਨਾਂ ਦੀ ਖਹਿਬਾਜ਼ੀ ਚੱਲ ਰਹੀ ਸੀ, ਪਿੰਡਾਂ 'ਚ ਲੜਾਈਆਂ ਹੁੰਦੀਆਂ। ਉਹ ਮਰਨ ਤੋਂ ਬਾਅਦ ਉਹਨਾਂ ਨੇ ਵੀ 2-3 ਹਜ਼ਾਰ ਕਹਿੰਦੇ ਬੰਦੇ ਇਕੱਠੇ ਹੋ ਗਏ, ਗੁੱਜਰ ਇਕੱਠੇ ਹੋ ਗਏ, ਉਹਨਾਂ ਨੇ ਲਲਕਾਰਿਆ ਇਹਨਾਂ ਨੂੰ। ਇਹ ਫਿਰ ਪਿੰਡ ਛੱਡ ਕੇ ਕੁਝ ਬੰਦੇ ਭੱਜੇ ਵੀ ਆ, ਸੁਣ ਚ ਆਇਆ ਕੁਝ ਫੜ ਵੀ ਲਏ ਮੁੰਡੇ। ਅੱਜ ਮੈਂ ਇੰਟਰਵਿਊ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ। ਪਰ ਮੇਰੇ ਵੀਰਾਂ ਨੂੰ, ਪੰਜਾਬੀਆਂ ਨੂੰ, ਖਾਸ ਕਰ ਸਿੱਖਾਂ ਨੂੰ ਮੇਰੀ ਹੱਥ ਜੋੜ ਕੇ ਅਪੀਲ ਆ ਕਿ ਇਸ ਨੂੰ ਸਿੱਖ ਬਨਾਮ ਮੁਸਲਮਾਨ ਨਾ ਬਣਾਇਆ ਜਾਏ। ਉੱਥੇ ਮੈਂ ਕਈ ਲੋਕਾਂ ਦੀ ਭਾਸ਼ਾ ਇਹੋ ਜਿਹੀ ਸੁਣੀ ਵੀਡੀਓ ਦੇ ਵਿੱਚ, ਮੁਸਲੇ ਇਹ ਕਹਿਣਾ ਮਾੜੀ ਗੱਲ ਹੈ। ਸਾਨੂੰ ਸਾਡੇ ਗੁਰੂਆਂ ਸਾਹਿਬਾਨਾਂ ਨੇ ਕਿਸੇ ਵੀ ਧਰਮ ਦੇ ਵਿਰੁੱਧ ਅਪਸ਼ਬਦ ਬੋਲਣੇ ਬਿਲਕੁਲ ਨਹੀਂ, ਬਿਲਕੁਲ ਇਹ ਬਰਦਾਸ਼ਤ ਤੋਂ ਬਾਅਦ। ਇਹ ਸਿੱਖੀ ਨਹੀਂ ਹੈਗੀ, ਨਾ ਇਹ ਪੰਜਾਬੀਅਤ ਹੈਗੀ, ਨਾ ਇਹ ਇਨਸਾਨੀਅਤ ਹੈਗੀ, ਨਾ ਕੋਈ ਇਨਸਾਫ ਹੈਗਾ। ਜੇ ਕੋਈ ਗੱਲ ਹੁੰਦੀ ਹੈ ਤੇ ਸਿਆਣੇ ਬੰਦਿਆਂ ਨੂੰ ਆ ਕੇ, ਜੇ ਅੱਗ ਲੱਗ ਹੀ ਗਈ ਹੈ ਤੇ ਬੁਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ, ਨਾ ਕਿ ਘਰਾਂ ਤੋਂ ਇੱਕ ਕੇਨੀ ਤੇਲ ਦੀ ਬੋਤਲ ਲੈ ਕੇ, ਕੇਨੀ ਲੈ ਕੇ ਤੇਲ ਭੱਜੋ ਤੇ ਉੱਥੇ ਹੋਰ ਜਾ ਕੇ ਡੋਲ ਦੋ, ਦੇਖ ਲਾਂਗੇ, ਲਲਕਾਰ ਦਿਓ, ਛੱਡਾਂਗੇ ਨਹੀਂ, ਤੇ ਬਾਹਰੋਂ ਆਏ ਆ, ਇੱਥੇ ਬਸੇ ਆ, ਫਲਾਂ ਨਾ ਟਮਕਾਣਾ। ਇਹ ਗੱਲਾਂ ਮਾੜੀਆਂ। ਸਾਡਾ ਬਚਾਅ ਇਸੇ ਚ ਹੀ ਹੈ ਕਿ ਦੇਸ਼ ਦੀਆਂ ਘੱਟ ਗਿਣਤੀਆਂ ਜਿੱਥੇ ਜਿੱਥੇ ਵੀ ਬੈਠੀਆਂ, ਉਹਨਾਂ ਦਾ ਰੂਪ ਵੀ ਕੋਈ ਹੋਵੇ, ਕੱਲੀਆਂ ਧਾਰਮਿਕ ਘੱਟ ਗਿਣਤੀਆਂ ਹੀ ਨਹੀਂ, ਪਛਾਈ ਘੱਟ ਗਿਣਤੀਆਂ ਵੀ ਹੋ ਸਕਦੀਆਂ, ਐਥਨਿਕ ਘੱਟ ਗਿਣਤੀਆਂ ਵੀ ਆ, ਜਿਵੇਂ ਆਦੀਵਾਸੀ ਹੈਗੇ, ਉਹ ਮਜ਼ਬੂਤ ਰਹਿਣ। ਉਹ ਸਾਡੇ ਦੇਸ਼ ਦੇ ਗਹਿਣੇ ਹੈਗੇ, ਉਹ ਸਾਡੇ ਦੇਸ਼ ਦੀ ਸੁੰਦਰਤਾ ਹੈਗੀ ਹੈ, ਤੇ ਉਹ ਆਪਸ ਵਿੱਚ ਇਕੱਠੇ ਰਹਿਣ। ਨਹੀਂ ਤੇ ਬਹੁ ਗਿਣਤੀ ਤੁਹਾਨੂੰ ਬਿੱਲੀਆਂ ਵਾਂਗੂ ਲੜਾ ਕੇ ਤੇ ਆਪ ਮੌਜ ਵਿੱਚੋਂ ਕਰ ਜਾਣਗੇ। ਉਹ ਪਹਿਲਾਂ ਹੀ ਕਰ ਰਹੇ ਆ, ਉਹ ਹੋਰ ਕਰਨਗੇ। ਹਾਂਜੀ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ।
ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡਾ, ਤੁਹਾਡੀ ਸਾਰੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਮੋਟਿਵ ਸਾਡਾ, ਮਨਸ਼ਾ ਜਿਹੜੀ ਆ ਉਹ ਇੱਕੋ ਇੱਕ ਹੁੰਦੀ ਹੈ ਕਿ ਲੋਕ ਜਿਹੜਾ ਖਬਰਾਂ ਦੇ ਨਾਲ ਜਦੋਂ ਅਸੀਂ ਵਿਸ਼ਿਆਂ ਤੇ ਚਰਚਾ ਕਰਦੇ ਆ ਉਹਨਾਂ ਪ੍ਰਤੀ ਜਾਗਰੂਕ ਹੋਣ, ਲੋਕਾਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਲੱਗੇ, ਲੋਕਾਂ ਨੂੰ ਪੰਜਾਬ ਦੇ ਮੁੱਦਿਆਂ ਦਾ ਪਤਾ ਲੱਗੇ। ਲੋਕਾਂ ਨੂੰ ਸਿਰਫ ਆਟਾ ਦਾਲ ਸਕੀਮ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ, ਇਹ ਮੈਂ ਅਕਸਰ ਕਹਿੰਦਾ ਹੁੰਦਾ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।